ਬੰਧਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਓ, ਹਿਰਦੈ ਧਿਆਓ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਦੋਹਰਾ। ਗਈ ਸੀਤ ਰੁੱਤ ਜਗਤ ਤੇ ਆਇਓ ਫਾਗਨ ਮਾਸ। ਹੋਤ ਹਰਖ ਨਾਰੀ ਨਰਨ ਕਰਤੇ ਹਾਸ ਵਿਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀਆਂ ਨੇ ਆਪਣਾ ਭੇਸ ਬਦਲ ਕੇ ਜਿੰਨੇ ਵੀ ਲੰਗਰ ਬਣਾਉਣ ਵਾਲੇ ਨੇ, ਲੰਗਰ ਲਾਉਣ ਵਾਲੇ ਨੇ, ਸਾਰਿਆਂ ਦੀ ਪਰਖ ਮਹਾਰਾਜ ਨੇ ਕੀਤੀ ਹੈ। ਭਾਈ ਨੰਦ ਲਾਲ ਦੇ ਲੰਗਰ ਦੀ ਸੇਵਾ ਵੇਖ ਕੇ, ਭਾਈ ਨੰਦ ਲਾਲ ਦੀ ਭਾਵਨਾ ਵੇਖ ਕੇ ਮਹਾਰਾਜ ਸਾਹਿਬ ਜੀਆਂ ਨੇ ਭਾਈ ਨੰਦ ਲਾਲ ਜੀਆਂ ਨੂੰ ਵਰ ਬਖਸ਼ਿਸ਼ ਕੀਤਾ। ਕਹਿਣ ਲੱਗੇ, ਭਾਈ ਨੰਦ ਲਾਲ ਜੀ ਸਾਡੇ ਲੰਗਰ ਦਾ ਦਾਤਾ ਹੈ। ਨੰਦ ਲਾਲ ਪਾ ਹਮਰੋ ਦਾਤਾ, ਭਗਤ ਜੋ ਅਨ ਜਾਚ ਕਰ ਲਿਆਇਓ। ਇਹ ਮਹਾਰਾਜ ਜੀਆਂ ਨੇ ਭਾਉ ਭਗਤ ਸੰਤਨ ਮਨ ਰਾਤਾ। ਭਾਈ ਨੰਦ ਲਾਲ ਜੀ ਲੰਗਰ ਦੇ ਦਾਤੇ ਨੇ, ਇਹਨਾਂ ਦਾ ਮਨ ਪ੍ਰੇਮਾ ਭਗਤੀ ਵਿੱਚ ਰੰਗਿਆ ਹੋਇਆ। ਇਸ ਤਰ੍ਹਾਂ ਭਾਈ ਨੰਦ ਲਾਲ ਜੀਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਵਰ ਮਿਲੇ। ਅੱਗੇ ਮਹਾਰਾਜ ਕੀ ਕਿਰਪਾ ਕਰ ਰਹੇ, ਆਇਓ ਅੱਜ ਦਾ ਇਤਿਹਾਸ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਗਈ ਸੀਤ ਰੁੱਤ ਜਗਤ ਤੇ ਆਇਓ ਫਾਗਨ ਮਾਸ। ਗੁਰਮੁਖੋ, ਠੰਡ ਦੀ ਜਿਹੜੀ ਰੁੱਤ ਹੈ ਨਾ, ਸਿਆਲ ਦੀ ਰੁੱਤ, ਇਸ ਤਰ੍ਹਾਂ ਕੌਤਕ ਕਰਦੇ ਆ ਮਹਾਰਾਜ ਜੀ, ਠੰਡ ਦੀ ਰੁੱਤ ਚਲੇ ਗਈ ਹੈ। ਫੱਗਣ ਦਾ ਮਹੀਨਾ, ਜਿੱਥੇ ਜਾ ਕੇ ਠੰਡ ਖਤਮ ਹੋ ਜਾਂਦੀ ਹੈ, ਹੋਲੀਆਂ ਸ਼ੁਰੂ ਹੋ ਜਾਂਦੀਆਂ, ਹੋਲਾ ਮਹੱਲਾ ਆਪਾਂ ਜਾਂਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਕਹਿਣ ਲੱਗੇ ਠੰਡ ਦੀ ਰੁੱਤ ਬਤੀਤ ਹੋਈ ਹੈ। ਫੱਗਣ ਦਾ ਮਹੀਨਾ ਜਿਹੜਾ ਉਸ ਵੇਲੇ ਪ੍ਰਾਰੰਭ ਹੋਇਆ ਹੈ। ਹੋਤ ਹਰਖ ਨਾਰੀ ਨਰਨ ਕਰਤੇ ਹਾਸ ਵਿਲਾਸ। ਅਤੇ ਇਸ ਰੁੱਤ ਵਿੱਚ ਬਸੰਤ ਰੁੱਤ ਆਉਂਦੀ ਹੈ, ਫੁੱਲ ਖਿੜਦੇ ਨੇ, ਹੋਲੀ ਵਗੈਰਾ ਜਿਹੜੀ ਹੈ ਉਹ ਖੇਲੀ ਜਾਂਦੀ ਹੈ। ਮਾਰਚ ਦਾ ਮਹੀਨਾ, ਫਰਵਰੀ ਦਾ ਮਹੀਨਾ,
ਐਸੀ ਰੁੱਤ ਵਿੱਚ ਸੰਗਤਾਂ ਬਹੁਤ ਜ਼ਿਆਦਾ ਆਨੰਦ ਮਾਣਦੀਆਂ ਹਨ। ਸਵਈਆ ਦੇਖ ਅਜਾਇਬ ਕੋ ਰੁੱਤ ਫਾਗਨ, ਸਾਹਿਬ ਆਏ ਸਿਆਪ ਉਚਾਰੀ। ਕਹਿਣ ਲੱਗੇ ਜਦੋਂ ਫੱਗਣ ਦਾ ਮਹੀਨਾ ਆਇਆ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿਣ ਲੱਗੇ ਹਨ, ਪੁਸ਼ਪ ਕੋ ਬੁਲਵਾਏ ਹਦੂਰ ਕਹਿਓ, ਸਭ ਕੀਜੀਏ ਫਾਗ ਕੀ ਤਿਆਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਖਜ਼ਾਨਚੀ ਸਿੰਘ ਹੈ ਨਾ, ਧਨ ਦੀ ਮਾਇਆ ਦੀ ਗਿਣਤੀ ਕਰਨ ਵਾਲਾ, ਸਾਂਭਣ ਵਾਲਾ, ਹਿਸਾਬ ਕਿਤਾਬ ਰੱਖਣ ਵਾਲਾ, ਉਹ ਸਿੱਖ ਨੂੰ ਮਹਾਰਾਜ ਨੇ ਕੋਲ ਬੁਲਾਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਹੋਲੀ ਦੀ ਤਿਆਰੀ ਕਰੋ, ਹੋਲੀ ਆ ਗਈ ਹੈ, ਉਹਦੇ ਵਾਸਤੇ ਜੋ ਵੀ ਰੰਗ ਗੁਲਾਲ ਚਾਹੀਦਾ, ਜੋ ਵੀ ਤਿਆਰੀ ਕਰਨੀ ਹੈ, ਸੰਗਤਾਂ ਦੇ ਇੰਤਜ਼ਾਮ ਵਾਸਤੇ, ਰਹਿਣ ਵਾਸਤੇ, ਉਹ ਸਾਰੀਆਂ ਤਿਆਰੀਆਂ ਕਰੋ। ਜਿਹੜਾ ਖਜ਼ਾਨਚੀ ਸਿੱਖ ਹੈ, ਮਹਾਰਾਜ ਉਹਨੂੰ ਇਹ ਬਚਨ ਕਰਦੇ ਹਨ। ਔਰ ਕਹਿਓ ਸਭ ਸਿੱਖਨ ਸੰਗ, ਜਤਾ ਸ਼ਕਤੀ ਕਰ ਸੌ ਜਨ ਸਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਕਰਦੇ, ਕਹਿਣ ਲੱਗੇ ਜਿਸ ਤਰ੍ਹਾਂ ਦੀਆਂ ਵਸਤੂਆਂ ਚਾਹੀਦੀਆਂ ਨੇ ਫੱਗਣ ਰੁੱਤ ਦੇ ਮਹੀਨੇ ਦੇ ਵਿੱਚ ਸਾਰੀਆਂ ਮੰਗਾਉਣਾ ਕਰੋ। ਲਾਲ ਗੁਲਾਲ ਵਿਸਾਲ ਅੰਬਰੀਨ, ਰੰਗ ਨਿਕਾਰ ਅਨੇਕ ਪ੍ਰਕਾਰੀ। ਸਤਿਗੁਰੂ ਬਖਸ਼ਿਸ਼ ਕਰਦੇ, ਲਾਲ ਰੰਗ, ਗੁਲਾਲ ਇਤਿਆਦਿਕ ਹੋਰ ਜਿਹੜੇ ਕਈ ਰੰਗ ਨੇ, ਔਰ ਕਈ ਰੰਗਾਂ ਦੇ ਜਿਹੜੇ ਵਸਤਰ ਨੇ, ਇਹ ਸਾਰੇ ਕੱਢ ਕੇ ਜਿਹੜੇ ਤਿਆਰ ਕਰਨੇ ਕਰੋ। ਰੰਗ ਪਤੰਗ ਸੁਰੰਗ ਕੀਓ ਬਾਹੂ, ਕਿੰਸਕ ਫੂਲਨ ਪੀਤ ਨਿਕਾਰ। ਇਸੇ ਤਰ੍ਹਾਂ ਰੰਗ, ਪੀਲੇ ਰੰਗ ਵਗੈਰਾ, ਹੋਰ ਸ੍ਰੇਸ਼ਟ ਰੰਗ, ਇਹ ਸਾਰੇ ਕੱਢ ਕੇ ਅਤੇ ਕੇਸਰ ਦੇ ਫੁੱਲ ਵਗੈਰਾ ਜੋ ਨੇ ਉਹਨਾਂ ਦਾ ਰੰਗ ਲੈ ਕੇ ਇਹ ਸਾਰੀ ਤਿਆਰੀ ਕਰਨੀ ਕਰੋ। ਦੌਰ ਮਹਾ ਖੁਸ਼ਬੋਏ ਮਝਾਰ, ਪਰੈ ਜਬ ਚੀਰ ਉਠੈ ਮਹਿਕਾਰਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹਨਾਂ ਨੂੰ ਪਾਣੀ ਵਿੱਚ ਭਗੋ ਦਿਓ, ਪਾਣੀ ਵਿੱਚ ਡੁਬੋ ਦਿਓ ਫੁੱਲਾਂ ਨੂੰ, ਤਾਂ ਕਿ ਪਾਣੀ ਵਿੱਚੋਂ ਸੁਗੰਧੀ ਆਵੇ। ਜਿਹਦੇ ਤੇ ਉਹ ਪਾਣੀ ਪਾਇਆ ਜਾਵੇ ਉਹਦੇ ਵਸਤਰਾਂ ਤੋਂ ਸੁਗੰਧੀ ਆਵੇ, ਐਸੀ ਤਿਆਰੀ ਕਰੋ। ਫੁੱਲਾਂ ਨੂੰ ਪਾਣੀ ਵਿੱਚ ਉਸ ਵੇਲੇ ਪਾ ਦਿੱਤਾ ਹੈ, ਜਿਸ ਕਰਕੇ ਮਹਿਕ ਪ੍ਰਾਪਤ ਹੋਵੇ। ਸਿੱਖਿਆਨ ਕੀਨ ਮਹਾ ਧਨ ਦੇ ਕਰ, ਆਪਣੇ ਆਪਣੇ ਥਾਨ ਸੁਧਾਰਾ। ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਆਪਣੇ ਕੋਲੋਂ ਮਾਇਆ ਦੇ ਕੇ ਆਖਿਆ, ਆਪੋ ਆਪਣੀਆਂ ਤਿਆਰੀਆਂ ਕਰੋ ਭਾਈ, ਹੋਲੀ ਆਈ ਹੈ, ਹੋਲੀ ਦੇ ਵਿੱਚ ਹੋਲਾ ਵੀ ਆਉਣਾ ਹੈ। ਇਹ ਸਾਰਾ ਕੌਤਕ ਮਹਾਰਾਜ ਨੇ ਕਰਨਾ। ਆਪਾਂ ਹੋਲਾ ਮਹੱਲਾ ਮਨਾਉਣ ਜਾਂਦੇ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਇਤਿਹਾਸ ਕਿੱਥੋਂ ਚੱਲਿਆ, ਕਿਵੇਂ ਚੱਲਿਆ, ਕੀ ਕੌਤਕ ਹੋਏ, ਉਹ ਮਹਾਰਾਜ ਇੱਥੇ ਬਖਸ਼ਿਸ਼ ਕਰਨਗੇ। ਸਿੱਖਾਂ ਨੂੰ ਕਹਿਣ ਲੱਗੇ ਭਾਈ ਹੋਲੀ ਦੀ ਤਿਆਰੀ ਕਰੋ। ਕਈਆਂ ਨੂੰ ਆਪਣੇ ਕੋਲੋਂ ਧਨ ਦੇ ਕੇ ਆਖਿਆ ਵੀ ਮਾਇਆ ਲੈ ਜਾਓ ਜਿੰਨੀ ਚਾਹੀਦੀ ਹੈ, ਤੇ ਸਾਰਾ ਪ੍ਰਬੰਧ ਹੋਣਾ ਚਾਹੀਦਾ। ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀਆਂ ਸੰਗਤਾਂ ਰਹਿੰਦੀਆਂ, ਸਿੱਖ ਰਹਿੰਦੇ, ਉਹਨਾਂ ਨੂੰ ਵੀ ਮਹਾਰਾਜ ਨੇ ਇਹ ਹੁਕਮ ਦਿੱਤਾ ਕਿ ਆਪੋ ਆਪਣੇ ਘਰਾਂ ਦੀ ਤਿਆਰੀ ਕਰੋ ਚੰਗੇ ਤਰੀਕੇ ਦੇ ਨਾਲ। ਐਸਾ ਬਚਨ ਮਹਾਰਾਜ ਕਹਿੰਦੇ ਹਨ। ਆਪ ਗੁਰੂ ਅਬ ਕੇ ਅਨੁਰਾਗਤ, ਖੇਲਾਂਗੇ ਸੁਭ ਫਾਗ ਉਦਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਐਤਕੀ ਆਪ ਹੋਲੀ ਖੇਲਣਗੇ ਸਿੱਖਾਂ ਦੇ ਨਾਲ, ਆਪਣੇ ਖਾਲਸੇ ਦੇ ਨਾਲ ਹੋਲੀ ਆਪ ਖੇਲਣਗੇ ਮਹਾਰਾਜ ਜੀ, ਬੜੇ ਆਨੰਦ ਦੇ ਨਾਲ, ਬੜੇ ਪਿਆਰ ਦੇ ਨਾਲ, ਕਿਉਂਕਿ ਫੱਗਣ ਦਾ ਮਹੀਨੇ ਦੇ ਵਿੱਚ ਹੋਲੀਆਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਹਨ। ਬ੍ਰਿੰਦ ਭਏ ਸਿੱਖ ਸੰਗਤ ਆਏ, ਆਨੰਦ ਬਿਲੰਦ ਗੁਰੂ ਦਰਬਾਰ। ਉਸ ਵੇਲੇ ਬੇਅੰਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ। ਬੇਅੰਤ ਸੰਗਤਾਂ ਦਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਵੱਡਾ ਦਰਬਾਰ ਮਹਾਰਾਜ ਜੀ ਦਾ ਸਜਿਆ ਹੈ। ਲੰਗਰ ਹੋਤ ਅਤੋਟ ਜਾਂ ਕਹਿ, ਜੋ ਜਹ ਚਾਹਤ ਖਾਏ ਆਹਾਰਾ। ਸਤਿਗੁਰਾਂ ਦੇ ਸੰਗਤਾਂ ਵਾਸਤੇ ਸਾਰਿਆਂ ਲੰਗਰਾਂ ਦੇ ਵਿੱਚ ਤਿਆਰੀਆਂ ਹੋ ਰਹੀਆਂ। ਚੰਗੇ ਚੰਗੇ ਭੋਜਨ ਸੰਗਤਾਂ ਦੇ ਛਕਣ ਵਾਸਤੇ ਤਿਆਰ ਕੀਤੇ ਜਾ ਰਹੇ, ਜਿੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਆਹ ਵਸਤੂ ਪ੍ਰਾਪਤ ਨਹੀਂ ਹੋਈ ਹੈ। ਸੋ ਸਾਰਿਆਂ ਦੇ ਵਾਸਤੇ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਉਹ ਮਹਾਰਾਜ ਨੇ ਕਹਿ ਕੇ ਤਿਆਰ ਕਰਵਾਏ ਹਨ। ਪੂਰ ਮਿਲੇ ਚੌਂ ਕੋਦ ਤੇ ਮੋਦਤ ਆਵਤ ਹੈ, ਮਿਲ ਟੂਲ ਹਜ਼ਾਰ। ਸੰਗਤਾਂ ਜਿੱਥੇ ਜਿੱਥੇ ਗੁਰਮੁਖੋ ਸੁਨੇਹਾ ਪਹੁੰਚਿਆ ਨਾ ਵੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ, ਹੋਲੀ ਮਨਾ ਰਹੇ ਨੇ, ਸੰਗਤਾਂ ਬੜੇ ਚਾਅ ਦੇ ਨਾਲ, ਬੜੀ ਖੁਸ਼ੀ ਦੇ ਨਾਲ ਚੱਲ ਪਏ ਆਪੋ ਆਪਣੇ ਨਗਰਾਂ ਦੇ ਵਿੱਚੋਂ ਜਥੇ ਬਣਾ ਕੇ। ਕਿਸੇ ਪਿੰਡ ਵਿੱਚੋਂ 5 ਸਿੱਖ, ਕਿਸੇ ਵਿੱਚੋਂ 10, ਕਿਸੇ ਵਿੱਚੋਂ 20, ਜਿੰਨੇ ਵੀ ਕੋਈ ਆ ਸਕਦਾ, ਇਕੱਠੇ ਹੋ ਕੇ ਬੜੀ ਖੁਸ਼ੀ ਦੇ ਨਾਲ ਚੱਲੇ ਵੀ ਚਲੋ ਮਹਾਰਾਜ ਦੇ ਕੋਲ ਚੱਲੀਏ, ਜਾ ਕੇ ਉੱਥੇ ਹੋਲੀ ਵੇਖਾਂਗੇ, ਮਹੱਲਾ ਮਹਾਰਾਜ ਜੀ ਉੱਥੇ ਵਿਖਾਉਣਗੇ। ਇਸ ਤਰ੍ਹਾਂ ਬੜੇ ਚਾਅ ਦੇ ਨਾਲ ਸੰਗਤਾਂ ਆਈਆਂ ਹਨ। ਪੀਰ ਭਈ ਭਰਪੂਰ ਭਇਓ,
ਪੁਰ ਭਉ ਭਏ ਭਲ ਭਾਗ ਲਾਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਇਸ ਤਿਉਹਾਰ ਦੇ ਉੱਤਰ ਕਹਿਣ ਲੱਗੇ ਬਹੁਤ ਜ਼ਿਆਦੀ ਭੀੜ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ। ਸੰਗਤਾਂ ਬੜੀ ਭਾਵਨਾ ਦੇ ਨਾਲ ਆਈਆਂ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ, ਕਿਉਂਕਿ ਵੱਡਿਆਂ ਭਾਗਾਂ ਬਿਨਾਂ ਗੁਰਮੁਖੋ ਗੁਰੂ ਦੀ ਸੰਗਤ ਨਹੀਂ ਮਿਲਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਸੰਗਤ ਵਿੱਚ ਤਾਂ ਆਇਆ ਜਾਏਗਾ ਜੇ ਭਾਗ ਹੋਣਗੇ। ਜਿਸ ਕੈ ਮਸਤਕ ਭਾਗ ਸੋ ਸੇਵਾ ਲਾਇਆ, ਵੱਡ ਭਾਗੀ ਹਰ ਸੰਗਤ ਪਾਵੈ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਗੁਰਬਾਣੀ ਦੇ। ਸੰਗਤਾਂ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਸੰਗਤਾਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਦਿਦਾਰੇ ਕਰਨ ਵਾਸਤੇ ਆ ਰਹੀਆਂ ਹਨ। ਤਾਲ ਰਬਾਬ ਪਖਾਵਜ ਕੇ ਬਾਦਤ ਬਾਜਤ ਹੈ ਧੁਨ ਭਾਰੀ। ਸੰਗਤਾਂ ਰਸਤੇ ਦੇ ਵਿੱਚ ਕੀਰਤਨ ਕਰਦੀਆਂ ਆਉਂਦੀਆਂ। ਕੋਈ ਢੋਲ ਵਜਾਉਂਦਾ ਪਿਆ, ਕੋਈ ਮਰਦੰਗ ਵਜਾਉਂਦਾ ਪਿਆ, ਕੋਈ ਤਬਲਾ ਵਜਾਉਂਦਾ ਪਿਆ, ਕੋਈ ਰਬਾਬ ਵਜਾਉਂਦਾ ਪਿਆ। ਜਿਸ ਤਰ੍ਹਾਂ ਦਾ ਕੋਈ ਸਾਜ਼ ਵਜਾਉਣਾ ਜਾਣਦਾ ਹੈ, ਸੰਗਤਾਂ ਜਥੇ ਬਣਾ ਕੇ ਅਤੇ ਰਸਤੇ ਦੇ ਵਿੱਚ ਕੀਰਤਨ ਕਰਦੀਆਂ ਆ ਰਹੀਆਂ। ਗੁਰੂ ਦਾ ਜਸ ਕਰਦੇ ਹੋਏ ਸੰਗਤਾਂ ਜਿਹੜੀਆਂ ਨੇ ਆਉਂਦੀਆਂ, ਦੂਰੋਂ ਹੀ ਆਵਾਜ਼ ਆਉਣ ਲੱਗ ਪੈਂਦੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੀ ਇਸ ਪਾਸੇ ਤੋਂ ਸੰਗਤ ਆ ਰਹੀ ਹੈ, ਉਸ ਪਾਸਿਓਂ ਕੀਰਤਨ ਦੀ ਆਵਾਜ਼, ਸਾਜ਼ਾਂ ਦੇ ਵੱਜਣ ਦੀ ਜਿਹੜੀ ਆਵਾਜ਼ ਹੈ ਉਹ ਦੂਰੋਂ ਹੀ ਸੁਣਾਈ ਦਿੰਦੀ ਹੈ। ਗਾਵਤ ਰਾਗਨ ਰਾਗਨੀ ਕੋ ਜਨ ਆਏ ਖਰੇ ਨਿਜ ਮੂਰਤ ਧਾਰੀ। ਤੇ ਇਸ ਤਰ੍ਹਾਂ ਗੁਰੂ ਦੀਆਂ ਸੰਗਤਾਂ, ਕੋਈ ਰਾਗ ਪੜਨ ਵਾਲਾ ਰਾਗ ਗਾਉਂਦਾ ਹੈ, ਕੋਈ ਰਾਗਨੀ ਗਾਉਂਦਾ ਹੈ। ਰਾਗ ਪੜਨ ਵਾਲੇ, ਰਾਗਨੀਆਂ ਪੜਨ ਵਾਲੇ, ਗਾਉਣ ਵਾਲੇ, ਸ਼ਬਦਾਂ ਦਾ ਕੀਰਤਨ ਕਰਨ ਵਾਲੇ, ਕੋਈ ਸਾਜ਼ ਵਜਾਉਂਦਾ ਪਿਆ, ਕੋਈ ਉੱਚੀ ਉੱਚੀ ਬੋਲਦਾ ਪਿਆ ਹੈ। ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਉਹ ਤਿਆਰ ਹੋ ਕੇ ਆਪਣੇ ਜਥੇ ਬਣਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੀ ਅਤੇ ਹੋਲੇ ਦਾ ਇਹ ਜਿਹੜਾ ਤਿਉਹਾਰ ਹੈ ਉਸ ਨੂੰ ਵੇਖਣ ਵਾਸਤੇ ਪਹੁੰਚਦੇ ਹਨ। ਜਿਉ ਸੁਰਲੋਕ ਵਿਖੇ ਸੁਰ ਮੋਦਤ ਆਪਸ ਮੈਂ ਮਿਲ ਕੇ ਹਿਤਕਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਸ ਤਰ੍ਹਾਂ ਦੇਵਤੇ ਜਿਹੜੇ ਨੇ ਸਵਰਗਾਂ ਦੇ ਵਿੱਚ ਮਿਲ ਕੇ ਬੜੀ ਖੁਸ਼ੀ ਦੇ ਨਾਲ ਜਿਵੇਂ ਆਪਸ ਵਿੱਚ ਉਹ ਮਿਲਦੇ ਨੇ ਅਤੇ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਂਦੇ ਨੇ, ਸਾਜ਼ ਵਜਾਉਂਦੇ ਨੇ, ਕਈ ਤਰ੍ਹਾਂ ਦੇ ਨਿਰਤ ਹੁੰਦੇ। ਮੰਨ ਲਓ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਵਰਗਾਂ ਦੀ ਧਰਤੀ ਨੂੰ ਵੀ ਪਰੇ ਕਰਦੀ ਹੈ ਐਸੀ ਸੁੰਦਰ ਧਰਤੀ ਮਹਾਰਾਜ ਸਾਹਿਬ ਜੀਆਂ ਦੀ। ਔਰ ਇਸ ਧਰਤੀ ਤੇ ਧੰਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬਿਰਾਜੇ ਹੋਏ। ਔਰ ਸੰਗਤਾਂ ਜਿਹੜੀਆਂ ਨੇ ਉਹ ਦੇਵਤਿਆਂ ਦੀ ਨਿਆਈ ਦੂਰੋਂ ਨੇੜਿਓਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਤਰ੍ਹਾਂ ਦੇ ਸਾਜ਼ ਵਜਾ ਕੇ ਤੇ ਹੋਲੀ ਨੂੰ ਮਨਾਉਣ ਵਾਸਤੇ ਬੜੀ ਖੁਸ਼ੀ ਦੇ ਨਾਲ ਆਉਂਦੇ ਹਨ। ਕਿਉ ਸਿੱਖ ਸੰਗਤ ਪੰਕਤ ਕੋ ਕਰ ਹੇਰ ਗੁਰੂ ਹਰਖੈ ਔਰ ਭਾਰੀ। ਜਦੋਂ ਸੰਗਤਾਂ ਅਨੰਦਪੁਰ ਸਾਹਿਬ ਪਹੁੰਚ ਜਾਂਦੀਆਂ, ਗੁਰਮੁਖੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੜੀ ਭੀੜ ਲੱਗੀ ਹੋਈ ਹੈ ਤੇ ਸੰਗਤਾਂ ਬਿਲਕੁਲ ਵੀ ਕਾਹਲੀਆਂ ਨਹੀਂ ਪੈਂਦੀਆਂ। ਭੀੜ ਦੇ ਵਿੱਚ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਆਪੋ ਆਪਣੀ ਵਾਰੀ ਤੇ ਆ ਕੇ ਕਿ ਹੁਣ ਮੇਰੀ ਵਾਰੀ ਹੈ, ਮੈਂ ਦਰਸ਼ਨ ਕਰਾਂਗਾ, ਫਿਰ ਦੂਜੇ ਦੀ ਵਾਰੀ ਹੈ। ਲੈਣ ਦੇ ਵਿੱਚ ਬੜੀ ਮਰਿਆਦਾ ਦੇ ਵਿੱਚ, ਬੜੀ ਚੁੱਪ ਦੇ ਨਾਲ, ਬੜੀ ਸ਼ਾਂਤੀ ਦੇ ਨਾਲ ਸੰਗਤਾਂ ਆਉਂਦੀਆਂ, ਵਾਰੀ ਆ ਕੇ ਮੱਥਾ ਟੇਕਦੇ, ਦਰਸ਼ਨ ਕਰਦੇ ਹਨ। ਸੋ ਇੱਥੇ ਬਚਨ ਬਖਸ਼ਿਸ਼ ਹੋਇਆ, ਕਹਿਣ ਲੱਗੇ ਪੰਗਤਾਂ ਬਣਾ ਕੇ ਦਰਸ਼ਨ ਕਰਦੇ ਹੋ। ਜਿਹੜਾ ਵੀ ਗੁਰੂ ਮੂਰਤੀ ਦੇ ਦਰਸ਼ਨ ਕਰਦਾ, ਜਿਹੜਾ ਗੁਰੂ ਸਰੂਪ ਦੇ ਦਰਸ਼ਨ ਕਰਦਾ ਹੈ, ਉਹਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਰਹਿ ਜਾਂਦਾ। ਐਸਾ ਸੁੰਦਰ ਸਰੂਪ ਮਹਾਰਾਜ ਜੀਆਂ ਦਾ ਵੇਖ ਕੇ ਸੰਗਤਾਂ ਬੜੀਆਂ ਖੁਸ਼ ਹੁੰਦੀਆਂ ਹਨ। ਬਾਜਤ ਹੈ ਸਿੰਘ ਪੌਰ ਕੇ ਠੌਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਵਾਜ਼ੇ ਦੇ ਉੱਪਰ ਬੜੇ ਸੋਹਣੇ ਬਾਜੇ ਵੱਜਦੇ ਪਏ, ਜਸ ਕਰਨ ਵਾਲੇ ਜਸ ਕਰਦੇ ਪਏ। ਅੱਜ ਵੀ ਆਪਾਂ ਹਜੂਰ ਸਾਹਿਬ ਦੀ ਧਰਤੀ ਤੇ ਜਾਈਏ ਨਾ ਦਰਸ਼ਨ ਕਰਨ ਵਾਸਤੇ, ਤੇ ਸ਼ਾਮ ਦੇ ਵੇਲੇ ਸ੍ਰੀ ਹਜੂਰ ਸਾਹਿਬ ਦੇ ਵਿੱਚ ਵੀ ਕਈ ਜਿਹੜੇ ਸਿੱਖ ਨੇ, ਉਥੋਂ ਦੇ ਸਿੰਧੀ ਸਿੱਖ ਜਾਂ ਉਸ ਇਲਾਕੇ ਦੇ ਸਿੱਖ ਆਪਣੇ ਸਮੇਂ ਮੁਤਾਬਕ ਅੱਜ ਵੀ ਕੁਝ ਸਮਾਂ ਬੈਠ ਕੇ ਸਾਜ਼ ਵਜਾਉਂਦੇ, ਜਸ ਕਰਦੇ। ਸੋ ਕਹਿਣ ਲੱਗੇ ਇਸ ਤਰ੍ਹਾਂ ਮਹਾਰਾਜ ਦੇ ਦਰ ਦੇ ਉੱਪਰ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਦਰ ਦੇ ਉੱਪਰ ਸਾਜ਼ ਵਜਾਉਣ ਵਾਲੇ ਬੈਠ ਕੇ ਸਾਜ਼ ਵਜਾਉਂਦੇ ਹਨ। ਨੌਬਤ ਸ਼ਰੌਨ ਆਨੰਦ ਉਪਾਵੇ। ਨੌਬਤ ਤੋਂ ਭਾਵ ਗੁਰਮੁਖੋ ਨਫੀਰੀਆਂ, ਛੋਟੇ ਵਾਜੇ ਮੂੰਹ ਦੇ ਵਿੱਚ ਪਾ ਕੇ ਵਜਾਉਣ ਵਾਲੇ। ਕਹਿਣ ਲੱਗੇ ਐਸੀਆਂ ਨਫੀਰੀਆਂ ਮੂੰਹ ਦੇ ਵਿੱਚ ਪਾ ਕੇ ਬੜੀਆਂ ਮਿੱਠੀ ਮਿੱਠੀ ਧੁਨ ਦੇ ਨਾਲ ਵਜਾਈਆਂ ਜਾਂਦੀਆਂ, ਜਿਹਦੇ ਵਿੱਚੋਂ ਬੜੇ ਸੋਹਣੀ ਆਵਾਜ਼ ਨਿਕਲਦੀ ਹੈ ਅਤੇ ਉਹ ਸਾਜ਼ ਵੱਜਦੇ ਪਏ ਹਨ। ਝੰਡੇ ਉਚੇਰੇ ਖਰੇ ਬਹੁ ਝੂਲਤ। ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਚੇ ਉੱਚੇ ਝੰਡੇ ਸੋ ਗੁਰੂ ਕੀਆਂ ਮਹਿਲਾਂ ਦੇ ਉੱਪਰ ਲੱਗੇ ਹੋਏ। ਇਸੇ ਤਰ੍ਹਾਂ ਸਿੱਖਾਂ ਨੇ ਆਪੋ ਆਪਣੇ ਘਰਾਂ ਦੇ ਉੱਪਰ ਲਾਏ ਹੋਏ।
ਸਾਰਿਆਂ ਥਾਵਾਂ ਤੇ ਝੰਡੇ ਕੇਸਰੀ ਝੂਲਦੇ ਦਿਖਾਈ ਦਿੰਦੇ ਹਨ। ਧੌਂਸੇ ਤੂੰ ਘਾਰਤ ਨਾਦ ਉਠਾਵੇ। ਅਤੇ ਇਸ ਤਰ੍ਹਾਂ ਨਗਾਰੇ ਵੱਜਦੇ ਪਏ ਗੁਰਮੁਖੋ। ਕਈ ਤਰ੍ਹਾਂ ਦੇ ਨਗਾਰਿਆਂ ਦੇ ਵਿੱਚ ਰਣਜੀਤ ਨਗਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਵਾਇਆ ਉਹ ਵੀ ਵਜਾਇਆ ਜਾ ਰਿਹਾ। ਹੋਰ ਵੀ ਦਲ ਜਿਹੜੇ ਨੇ ਮਹਾਰਾਜ ਦੀ ਫੌਜ ਦੇ ਵਿੱਚ ਨਗਾਰੇ ਕਈ ਵੱਜਦੇ ਪਏ ਜਿਨ੍ਹਾਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ। ਬਹੁਤ ਉਸ਼ਾਹ ਜਹਾਂ ਕਹਿ ਡੋਲਤ। ਸੋ ਕਹਿਣ ਲੱਗੇ ਵੀ ਇੱਥੇ ਬੜਾ ਉਤਸ਼ਾਹ ਹੋ ਰਿਹਾ ਗੁਰਮੁਖੋ। ਜਿੱਥੇ ਕਿਤੇ ਵੀ ਤੁਹਾਨੂੰ ਸੰਗਤਾਂ ਹੀ ਸੰਗਤਾਂ ਮਿਲਣਗੀਆਂ। ਜਿਵੇਂ ਆਪਾਂ ਅੱਜ ਜਾਂਦੇ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਤੇ ਬੜੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਉਂਦੀ ਹੈ। ਆਪਾਂ ਜਿੱਧਰ ਵੀ ਜਾਂਦੇ ਹਾਂ ਲੰਗਰਾਂ ਦੇ ਵਿੱਚ ਕਹਿ ਲਈਏ, ਸੜਕਾਂ ਤੇ ਕਹਿ ਲਈਏ, ਗੁਰੂ ਦਰਬਾਰ ਵਿੱਚ ਕਹਿ ਲਈਏ, ਜਾਂ ਕਿਤੇ ਵੀ ਸੰਗਤਾਂ ਹੀ ਸੰਗਤਾਂ, ਬੇਅੰਤ ਸੰਗਤਾਂ ਜਿੱਧਰ ਕਿੱਧਰ ਵੀ ਨਿਗਾਹ ਮਾਰੀ ਦੀ ਹੈ। ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਬੇਅੰਤ ਸੰਗਤਾਂ ਦਾ ਉਛਾਲ ਹੀ ਆ ਗਿਆ। ਮੰਨ ਲਓ ਸੰਗਤਾਂ ਦਾ ਹੜ ਹੀ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਜਿੱਧਰ ਕਿੱਧਰ ਵੀ ਨਿਗਾਹ ਮਾਰਦੇ ਸੰਗਤਾਂ ਦਿਖਾਈ ਦਿੰਦੀਆਂ ਹਨ। ਬੋਲਤ ਹੈ ਜੈਕਾਰ ਸੁਣਾਵੇ। ਅਤੇ ਸੰਗਤਾਂ ਬੋਲਦੀਆਂ। ਬੋਲਣ ਤੋਂ ਭਾਵ ਹੁੰਦਾ ਵੀ ਆਪਸ ਵਿੱਚ ਬਚਨ ਵਿਲਾਸ ਕਰਨਾ, ਇੱਕ ਦੂਜੇ ਨਾਲ ਜਾਣ ਪਛਾਣ ਬਣਾਉਣੀ, ਇੱਕ ਦੂਜੇ ਦਾ ਹਾਲ ਚਾਲ ਪੁੱਛਣਾ। ਇਸ ਤਰ੍ਹਾਂ ਸੰਗਤਾਂ ਇੱਕ ਦੂਜੇ ਨਾਲ ਬੋਲਦੀਆਂ, ਬਚਨ ਵਿਲਾਸ ਕਰਦੀਆਂ। ਕਿਉਂਕਿ ਭਾਈ ਬੱਲੂ ਜੀ ਨੇ ਬੇਨਤੀ ਕੀਤੀ ਨਾ ਗੁਰੂ ਅਮਰਦਾਸ ਮਹਾਰਾਜ ਨੂੰ, ਸਤਿਗੁਰੂ ਜੋੜ ਮੇਲਾ ਹੋਣਾ ਚਾਹੀਦਾ ਤਾਂ ਕਿ ਸਾਰੀਆਂ ਸੰਗਤਾਂ ਤੁਹਾਡੇ ਦਰ ਤੇ ਇਕੱਠੀਆਂ ਹੋਣ ਔਰ ਸੰਗਤਾਂ ਦਾ ਇੱਕ ਦੂਜੇ ਨਾਲ ਜਾਣ ਪਛਾਣ ਬਣੇ, ਤਾਂ ਕਿ ਕੱਲ੍ਹ ਨੂੰ ਰਿਸ਼ਤੇਦਾਰੀਆਂ ਬਣਾਉਣੀਆਂ, ਇੱਕ ਦੂਜੇ ਨਾਲ ਮਿਲਣਾ ਵਰਤਣਾ ਸਿੱਖਾਂ ਦਾ ਜਿਹੜਾ ਸੌਖਾ ਹੋ ਜਾਵੇ। ਸੋ ਭਾਈ ਬੱਲੂ ਜੀ ਦਾ ਬਚਨ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਵਿਸਾਖੀ ਦਾ ਇਹ ਦਿਨ ਜਿਹੜਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ। ਵਾਹਿਗੁਰੂ ਜੀ ਗੋਇੰਦਵਾਲ ਦੀ ਧਰਤੀ ਤੇ ਮਨਾਇਆ। ਸੋ ਇਸ ਤਰ੍ਹਾਂ ਉਹ ਜਿਹੜੇ ਜੋੜ ਮੇਲੇ ਸਨ ਗੁਰੂ ਸਾਹਿਬਾਂ ਦੇ ਸਮੇਂ ਇਸ ਤਰ੍ਹਾਂ ਮਨਾਏ ਜਾਂਦੇ ਰਹੇ, ਸੰਗਤਾਂ ਆਉਂਦੀਆਂ ਰਹੀਆਂ। ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਲੀ ਤੇ ਸੰਗਤਾਂ ਨੂੰ ਬੁਲਾਇਆ। ਸੰਗਤਾਂ ਇਕੱਠੀਆਂ ਹੋਈਆਂ, ਇੱਕ ਦੂਜੇ ਨਾਲ ਬੋਲਦੇ, ਜਾਣ ਪਛਾਣ ਬਣਾਉਂਦੇ, ਕਿਹੜਾ ਕਿੱਥੋਂ ਆਇਆ, ਕਿਵੇਂ ਆਇਆ, ਅਤੇ ਉਸ ਦੇ ਨਾਲ ਫਿਰ ਜਕਾਰੇ ਲਾਏ ਜਾਂਦੇ। ਚੜ੍ਹਦੀ ਕਲਾ ਦੇ ਪ੍ਰਤੀਕ ਜਿਹੜੇ ਜਕਾਰੇ ਨੇ ਉਹ ਲਾ ਕੇ ਸੰਗਤਾਂ ਚੜ੍ਹਦੀ ਕਲਾ ਵਿੱਚ ਹੁੰਦੀਆਂ ਹਨ। ਮੇਲ ਸਕੇਲ ਭਇਓ ਰੰਗ ਮੇਲਤ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਜਿਵੇਂ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਨਾ ਤੇ ਮੇਲ ਇਕੱਠਾ ਹੋ ਕੇ ਘਰ ਭਰ ਜਾਂਦਾ। ਮੰਨ ਲਓ ਵੀ ਹੋਲੀ ਕਾਹਦੀ ਹੈ, ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਆਹ ਹੀ ਰੱਖਿਆ ਗਿਆ। ਬੇਅੰਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਬੜੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਪਹੁੰਚੀਆਂ ਹੋਈਆਂ ਹਨ। ਭੀੜ ਧਕੇਲਤ ਪੇਲਤ ਜਾਵੇਂ। ਅਤੇ ਜਿੱਥੇ ਗੁਰਮੁਖੋ ਭੀੜ ਹੋਵੇਗੀ ਉੱਥੇ ਥੋੜਾ ਬਹੁਤਾ ਧੱਕਾ ਤੇ ਚੱਲਦਾ ਹੀ ਹੈ ਨਾ, ਕੋਈ ਇੱਧਰ ਨੂੰ ਧੱਕਾ ਮਾਰਦਾ, ਕੋਈ ਉੱਧਰ ਨੂੰ ਧੱਕਾ ਮਾਰਦਾ। ਭੀੜ ਦੇ ਵਿੱਚ ਇੱਧਰ ਉੱਧਰ ਨੂੰ ਕੋਈ ਧੱਕਾ ਵੀ ਹੋ ਰਿਹਾ, ਇੱਕ ਦੂਜੇ ਨੂੰ ਧੱਕਣ ਦਾ ਯਤਨ ਕੀਤਾ ਜਾਂਦਾ ਹੈ। ਫੇਟਨ ਕੋ ਭਰ ਕੇ ਸਭ ਆਪ। ਸੋ ਕਹਿਣ ਲੱਗੇ ਫੇਟਨ ਕੋ, ਫੇਟਨ ਤੋਂ ਭਾਵ ਹੁੰਦਾ ਕਿ ਬੱਧੇ ਹੋਏ ਜਿਹੜੇ ਝੋਲੇ ਨੇ ਗੁਲਾਲ ਦੇ, ਗੁਲਾਲ ਜਿਹੜੇ ਨੇ ਉਹ ਝੋਲਿਆਂ ਵਿੱਚ ਪਾ ਪਾ ਕੇ ਆਪੋ ਆਪਣੇ ਮੋਢਿਆਂ ਦੇ ਉੱਪਰ ਟੰਗੇ ਹੋਏ ਭਰ ਭਰ ਕੇ। ਗੁਲਾਲ ਕੋ ਡਾਰਤ ਹੈ ਅੰਬੀਰ ਗੁਲਾਲ ਕੋ ਡਾਰਤ ਹੈ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਉਹ ਇੱਕ ਦੂਜੇ ਦੇ ਉੱਪਰ ਗੁਲਾਲ ਪਾਉਂਦੇ ਨੇ। ਜਦੋਂ ਲੰਘਦੇ ਨਾ ਭੀੜ ਦੇ ਵਿੱਚੋਂ ਇਕੱਠੇ ਹੋ ਕੇ, ਤੇ ਫਿਰ ਜਿਨ੍ਹਾਂ ਦੇ ਕੋਲ ਰੰਗ ਹੈ, ਗੁਲਾਲ ਹੈ ਜਾਂ ਪਾਣੀ ਦੇ ਵਿੱਚ ਗੁਲਾਲ ਘੋਲਿਆ, ਉਹ ਇੱਕ ਦੂਜੇ ਦੇ ਉੱਪਰ ਫਿਰ ਬਰਸਾਤ ਕਰਦੇ ਹਨ। ਹੱਥਨ ਮੈਂ ਪਿਚਕਾਰੀ ਭਰੇ। ਕਹਿਣ ਲੱਗੇ ਹੱਥਾਂ ਵਿੱਚ ਪਿਚਕਾਰੀਆਂ ਜਿਹੜੀਆਂ ਨੇ ਰੰਗ ਦੀਆਂ ਭਰ ਭਰ ਕੇ ਫੜੀਆਂ ਹੋਈਆਂ ਹਨ। ਬਹੁ ਉੱਪਰ ਗੇਰ ਨਹਿਲਾਵਤ ਹੈ। ਇੱਕ ਦੂਜੇ ਦੇ ਉੱਪਰ ਉਹ ਪਿਚਕਾਰੀਆਂ ਪਾਣੀ ਦੀਆਂ ਪਾਉਂਦੇ ਤੇ ਮੰਨ ਲਓ ਵੀ ਇੱਕ ਦੂਜੇ ਦਾ ਇਸ਼ਨਾਨ ਹੀ ਕਰਵਾ ਦਿੰਦੇ। ਇੰਨਾ ਰੰਗ ਜਿਹੜਾ ਇੱਕ ਦੂਜੇ ਦੇ ਉੱਪਰ ਪਾਇਆ ਜਾ ਰਿਹਾ ਹੈ। ਪੀਤ ਭਏ ਬਹੁ ਅੰਬਰ ਲਾਲ। ਕਹਿਣ ਲੱਗੇ ਕਈਆਂ ਦੇ ਵਸਤਰ ਜਿਹੜੇ ਪੀਲੇ ਹੋ ਗਏ, ਕਿਉਂਕਿ ਰੰਗ ਪੀਲਾ ਪਵੇਗਾ, ਕੱਪੜੇ ਪੀਲੇ ਹੋ ਗਏ। ਕਈਆਂ ਦੇ ਕੱਪੜੇ ਲਾਲ ਰੰਗ ਦੇ ਹੋ ਗਏ, ਲਾਲ ਰੰਗ ਪਾਇਆ ਗਿਆ। ਕੋਈ ਪੀਲਾ ਰੰਗ ਪਾਉਂਦਾ, ਕੋਈ ਲਾਲ ਰੰਗ ਪਾਉਂਦਾ। ਚਿਹਰੇ ਵੀ ਉਸ ਤਰ੍ਹਾਂ ਦੇ ਹੋ ਗਏ, ਕੱਪੜੇ ਵੀ ਉਸ ਰੰਗ ਦੇ ਹੋ ਗਏ ਹਨ। ਵਿਸਾਲ ਸੁਬੇਗ ਤੇ ਚਾਲਤ ਹੈ। ਸੋ ਇਸ ਤਰ੍ਹਾਂ ਭੱਜ ਭੱਜ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ, ਦੂਜੇ ਪਾਸੇ ਤੋਂ ਪਹਿਲੇ ਪਾਸੇ ਨੂੰ ਨੌਜਵਾਨ ਜਾਂਦੇ ਤੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਹੋਲੀ ਖੇਡਦੇ ਹਨ। ਇੱਕ ਨਿਹਾਲਤ ਹੈ ਇੱਕ ਭਾਲਤ। ਕਹਿਣ ਲੱਗੇ ਇੱਕ ਦੂਜੇ ਨੂੰ ਵੇਖਦੇ ਨੇ ਤੇ ਇੱਕ ਦੂਜੇ ਨੂੰ ਲੱਭਦੇ ਨੇ ਵੀ ਕਿੱਥੇ ਆ ਜਿਹੜਾ ਮੇਰੇ ਤੇ ਰੰਗ ਪਾ ਕੇ ਗਿਆ, ਹੁਣ ਮੈਂ ਉਹਨੂੰ ਲੱਭਣਾ। ਆਮ ਸੰਗਤ ਨੂੰ ਨਹੀਂ ਤੰਗ ਕੀਤਾ ਜਾ ਰਿਹਾ। ਸੰਗਤ ਤੇ ਆਪਣੀ ਮਰਿਆਦਾ ਦੇ ਵਿੱਚ ਗੁਰੂ ਦੇ ਦਰਸ਼ਨ ਕਰ ਰਹੀ ਹੈ, ਪਰ ਸੰਗਤਾਂ ਵਿੱਚ ਕੁਝ ਜਵਾਨ ਇਹੋ ਜਿਹੇ ਜਿਹੜੇ ਹੋਲੀ ਖੇਡਦੇ ਪਏ, ਉਹ ਵੱਖਰਾ ਹੀ ਆਪਣਾ ਬੰਨ੍ਹ ਕੇ ਇੱਕ ਜਗ੍ਹਾ ਦੇ ਉੱਪਰ
ਅਖਾੜਾ ਤੇ ਉੱਥੇ ਇੱਕ ਦੂਜੇ ਨੂੰ ਵੇਖ ਵੇਖ ਕੇ ਉਹਨਾਂ ਤੇ ਰੰਗ ਪਾਉਂਦੇ ਹਨ। ਏਕ ਸੰਭਾਲ ਉਤਾਲਤ ਹੈ। ਕੋਈ ਆਪਣੇ ਆਪ ਨੂੰ ਸੰਭਾਲਦਾ ਪਿਆ ਕਿ ਮੇਰੇ ਤੇ ਰੰਗ ਪੈ ਨਾ ਜਾਵੇ, ਲੁਕਦਾ ਫਿਰਦਾ, ਤੇ ਕੋਈ ਭੱਜਾ ਜਾਂਦਾ ਅੱਗੇ ਲਾ ਕੇ ਵੀ ਮੈਂ ਤੇ ਰੰਗ ਪਾ ਲਿਆ, ਹੁਣ ਮੈਂ ਆਪਣੇ ਤੇ ਨਹੀਂ ਪੈਣ ਦੇਵਾਂਗਾ। ਕੋਈ ਆਪਣਾ ਬਚਾਅ ਕਰਨ ਵਾਸਤੇ ਦੌੜਿਆ ਜਾ ਰਿਹਾ, ਕੋਈ ਆਦਾ ਮੇਰੇ ਕੱਪੜੇ ਖਰਾਬ ਨਾ ਹੋ ਜਾਣ। ਸੋ ਇਸ ਤਰ੍ਹਾਂ ਆਪੋ ਆਪਣਾ ਬਚਾਅ ਕਰਦੇ ਹਨ। ਕਬਿਤ ਸ਼੍ਰੀ ਗੋਬਿੰਦ ਸਿੰਘ ਕਰ ਹੋਰੀ ਕੋ ਬੁਲੰਦ ਸਾਜ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਹੋਲੀ ਦਾ ਜਿਹੜਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਹੈ। ਹਾਥ ਪਿਚਕਾਰੀ ਸਭ ਹੂਨ ਭਰ ਲੀਨੇ। ਤੇ ਕਹਿਣ ਲੱਗੇ ਵੀ ਹੱਥਾਂ ਵਿੱਚ ਪਿਚਕਾਰੀਆਂ ਜਿਹੜੀਆਂ ਨੇ ਰੰਗ ਦੀਆਂ ਉਹ ਭਰ ਕੇ ਇਹਨਾਂ ਨੇ ਫੜੀਆਂ ਹੋਈਆਂ ਹਨ। ਭਲੇ ਭਲੇ ਸਿੱਖ ਆਏ ਧਾਰਤ ਭਗਤ ਭਾਏ। ਕਹਿਣ ਲੱਗੇ ਜਿਹੜੇ ਚੰਗੇ ਚੰਗੇ ਗੁਰਮੁਖ ਸਿੱਖ ਨੇ ਭਾਵਨਾ ਵਾਲੇ, ਉਹ ਆਉਂਦੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਫਿਰ ਉਸ ਵੇਲੇ ਪ੍ਰਥਮ ਗੁਰੂ ਕੇ ਪਾਏ ਬੰਦਨਾ ਕੋ ਕੀਨੇ। ਸਾਰਿਆਂ ਤੇ ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਦੇ। ਜਿੰਨੀ ਵੀ ਸੰਗਤ ਆਉਂਦੀ ਹੈ ਨਾ, ਗੁਰਮੁਖ ਸਿੱਖ ਆਉਂਦੇ ਮਹਾਰਾਜ ਦੇ, ਪਹਿਲਾਂ ਚਰਨਾਂ ਤੇ ਆ ਕੇ ਮੱਥਾ ਟੇਕਦੇ ਹਨ। ਉਡਿਓ ਇੱਕ ਵਾਰ ਹੀ ਗੁਲਾਲ ਲਾਲ ਘਟਾ ਮਾਨੋ। ਕਹਿਣ ਲੱਗੇ ਜਦੋਂ ਫਿਰ ਮੱਥਾ ਟੇਕਦੇ ਨੇ, ਫਿਰ ਇੱਕੇ ਵਾਰੀ ਮੁੱਠਾਂ ਭਰ ਭਰ ਕੇ ਰੰਗ ਦੀਆਂ ਤੇ ਗੁਲਾਲ ਉਡਾਉਂਦੇ ਨੇ। ਆਕਾਸ਼ ਨੂੰ ਗੁਲਾਲ ਹੀ ਗੁਲਾਲ, ਰੰਗ ਹੀ ਰੰਗ ਚੜ੍ਹਦਾ ਜਾ ਰਿਹਾ ਹੈ। ਇੱਕੇ ਵਾਰੀ ਰੰਗ ਦੀ ਜਿਹੜੀ ਬਰਸਾਤ ਹੈ ਉਹ ਕੀਤੀ ਜਾਂਦੀ ਹੈ। ਰੰਗਨ ਕੀ ਬੂੰਦ ਬਰਖਤ ਇਮ ਚੀਨਿਓ। ਕਹਿਣ ਲੱਗੇ ਵੱਖ-ਵੱਖ ਰੰਗਾਂ ਦਾ ਮੰਨ ਲਓ ਮੀਂਹ ਪੈਂਦਾ ਪਿਆ, ਜਿਵੇਂ ਆਕਾਸ਼ ਦੇ ਵਿੱਚੋਂ ਬੱਦਲਾਂ ਚੋਂ ਮੀਂਹ ਪੈਂਦਾ, ਬੱਦਲਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ। ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਸੋ ਇਹ ਰੰਗ ਦੀਆਂ ਜਿਹੜੀਆਂ ਬੂੰਦਾਂ ਨੇ ਪਿਚਕਾਰੀਆਂ ਦੇ ਵਿੱਚੋਂ ਡਿੱਗਦੀਆਂ ਪਈਆਂ। ਰੰਗਦਾਰ ਅੰਬਰ ਕੈ ਰੰਗਦਾਰ ਅੰਬਰ ਕੈ। ਕਹਿਣ ਲੱਗੇ ਰੰਗਦਾਰ ਜਿਹੜੇ ਕੱਪੜੇ ਨੇ, ਉਹਨਾਂ ਕੱਪੜਿਆਂ ਦੇ ਉੱਪਰ ਰੰਗ ਪੈ ਪੈ ਕੇ ਉਹਨਾਂ ਦੇ ਹੋਰ ਹੀ ਰੰਗ ਹੋ ਗਿਆ। ਕੱਪੜਾ ਕੋਈ ਹੋਰ ਰੰਗ ਦਾ ਪਾਇਆ, ਰੰਗ ਪੈਣ ਕਰਕੇ ਕੱਪੜੇ ਦਾ ਹੀ ਰੰਗ ਹੋਰ ਹੋ ਗਿਆ, ਉਹਦਾ ਰੰਗ ਹੀ ਵਟਿਆ ਗਿਆ, ਰੰਗ ਬਦਲ ਗਿਆ। ਇਸ ਤਰ੍ਹਾਂ ਦੇ ਵੱਖ-ਵੱਖ ਰੰਗਾਂ ਦੇ ਕੱਪੜਿਆਂ ਦੇ ਉੱਪਰ ਰੰਗ ਪਾਏ ਜਾਂਦੇ ਹਨ। ਮੂਠ ਭਰ ਮਾਰੇ ਰੰਗ ਢਾਰਤ ਨਵੀਨਿਓ। ਕਹਿਣ ਲੱਗੇ ਕੋਈ ਮੁੱਠ ਭਰ ਕੇ ਰੰਗ ਪਾਉਂਦਾ ਪਿਆ। ਚੜ੍ਹਦਾ ਜਾਂਦਾ ਹੈ। ਕਹਿ ਕੇਸਰ ਕੀ ਗਿਰਵੈ ਪਿਚਕਾਰੀ। ਇਸ ਤਰ੍ਹਾਂ ਕੇਸਰ ਪਾਣੀ ਵਿੱਚ ਪਾ ਪਾ ਕੇ, ਪਾਣੀ ਦੇ ਵੱਡੇ ਵੱਡੇ ਟੱਬ ਜਿਹੜੇ ਉਹ ਭਰੇ ਹੋਏ, ਉਹਦੇ ਵਿੱਚ ਕੇਸਰ ਪਾਇਆ ਗਿਆ। ਉਹਨਾਂ ਵੱਡੇ ਟੱਬ ਦੇ ਵਿੱਚ ਭਰੇ ਹੋਏ ਪਾਣੀ ਦੀਆਂ ਪਿਚਕਾਰੀਆਂ ਭਰੀਆਂ ਜਾਂਦੀਆਂ। ਜਿਸ ਪਾਣੀ ਵਿੱਚ ਕੇਸਰ ਪਾਇਆ ਤੇ ਉਹ ਪਿਚਕਾਰੀਆਂ ਫਿਰ ਚਲਾਈਆਂ ਜਾਂਦੀਆਂ ਹਨ। ਸੰਗਤ ਸ਼੍ਰੀ ਗੁਰਪੈ ਅਲਤਾ ਕਰ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਸੰਗਤ ਜਿਹੜੀ ਹੈ ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਉਪਰ ਡਾਰਦ ਪੂਰਬ ਵਾਰੀ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਕੋਈ ਪਹਿਲਾਂ ਤੇ ਕੋਈ ਬਾਅਦ ਵਿੱਚ। ਜਦੋਂ ਕਿਸੇ ਦਾ ਦਾਅ ਲੱਗਦਾ ਨਾ, ਟਲਦਾ ਕੋਈ ਨਹੀਂ ਹੈ। ਜਿਹਦਾ ਪਹਿਲਾਂ ਦਾਅ ਲੱਗ ਗਿਆ ਉਹ ਪਹਿਲਾਂ ਪਾ ਜਾਂਦਾ ਰੰਗ ਗੁਲਾਲ ਜਾਂ ਪਿਚਕਾਰੀ, ਜਿਹਦਾ ਮਗਰੋਂ ਦਾਅ ਲੱਗਦਾ ਉਹ ਮਗਰੋਂ ਪਾ ਜਾਂਦਾ। ਇਸ ਤਰ੍ਹਾਂ ਸੰਗਤਾਂ ਤੇ ਸਿੱਖ ਹੋਲੀ ਖੇਡਦੇ ਪਏ ਹਨ। ਆਪਸ ਮੈਂ ਪੁਰ ਗੇਰਤ ਹੈ। ਸੋ ਕਹਿਣ ਲੱਗੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਦੇ ਉੱਪਰ ਰੰਗ ਸੁੱਟਦੇ ਹਨ। ਅਟ ਲਾਲ ਭਏ ਸਭ ਕੇ ਇੱਕ ਸਾਰੀ। ਸਾਰਿਆਂ ਦੇ ਕੱਪੜੇ ਲਾਲ ਹੋ ਗਏ, ਸਾਰਿਆਂ ਦੇ ਕੱਪੜੇ ਪੀਲੇ ਹੋ ਗਏ, ਕਿਉਂਕਿ ਦੋ ਤਿੰਨ ਤਰ੍ਹਾਂ ਦੇ ਰੰਗ ਨੇ ਜ਼ਿਆਦੇ। ਜਾਂ ਤੇ ਲਾਲ ਰੰਗ ਪਾਇਆ ਜਾ ਰਿਹਾ, ਪੀਲਾ ਰੰਗ, ਇੱਕੋ ਵਰਗੇ ਕੱਪੜਿਆਂ ਦੇ ਰੰਗ ਹੋ ਗਏ ਹਨ। ਧੰਨ ਗੁਰੂ ਸਿੱਖ ਕੀਨ ਨਿਹਾਲ। ਸਤਿਗੁਰੂ ਧੰਨ ਨੇ ਭਾਈ, ਅਤੇ ਗੁਰੂ ਕੇ ਸਿੱਖ ਵੀ ਧੰਨ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਿਹਾਲ ਹੁੰਦੇ ਹਨ। ਕਿਰਪਾਲ ਵਿਸਾਲ ਸੁਨਾਏ ਉਚਾਰੀ। ਅਤੇ ਕਿਰਪਾਲੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਸੁਣਾ ਕੇ ਫਿਰ ਐਸਾ ਬਚਨ ਕਰਦੇ ਹਨ। ਕਬਿਤ ਬਾਦਰ ਗੁਲਾਲ ਕੇ ਕਰਤ ਜਾਤ ਚਲੇ ਗੁਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਮੰਨ ਲਓ ਵੀ ਗੁਲਾਲ ਦੇ ਬੱਦਲ ਹੀ ਹਨ ਤੇ ਮਹਾਰਾਜ ਆਪ ਤੁਰੇ ਜਾ ਰਹੇ ਹਨ। ਸੰਗਤ ਮੈਂ ਧੂਮ ਪਈ ਭਾਗ ਵੱਡੇ ਖੇਲ ਤੇ ਸੰਗਤ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹੋਲੀ ਖੇਡਦੇ ਪਏ। ਸਤਿਗੁਰੂ ਜਾ ਰਹੇ ਨਾ ਆਪ ਸੰਗਤਾਂ ਸਿੱਖਾਂ ਦੇ ਨਾਲ
ਕਿਸੇ ਖੁੱਲੇ ਮੈਦਾਨ ਦੇ ਵਿੱਚ ਜਿੱਥੇ ਜਾ ਕੇ ਹੋਲੀ ਖੇਲਣੀ ਹੈ। ਇਸ ਗੱਲ ਦੀ ਰੌਲਾ ਜਿਹੜਾ ਸਾਰੀਆਂ ਸੰਗਤਾਂ ਵਿੱਚ ਪੈ ਗਿਆ ਵੀ ਮਹਾਰਾਜ ਆਪ ਆ ਗਿਆ ਹੋਲੀ ਖੇਡਣ ਵਾਸਤੇ। ਐਸਾ ਕਹਿਣ ਲੱਗੇ ਉਸ ਵੇਲੇ ਸ਼ੋਰ ਹੋਇਆ ਹੈ। ਘੇਰ ਘੇਰ ਬਦਨ ਪੈ ਗੇਰ ਗੇਰ ਫੇਰ ਫੇਰ। ਇਸ ਤਰ੍ਹਾਂ ਘੇਰ ਘੇਰ ਕੇ ਇੱਕ ਦੂਜੇ ਨੂੰ ਤੇ ਮੂੰਹ ਦੇ ਉੱਪਰ ਜਾਂ ਕੱਪੜਿਆਂ ਦੇ ਉੱਪਰ ਵਾਰ-ਵਾਰ ਰੰਗ ਪਾਇਆ ਜਾਂਦਾ ਹੈ। ਹੀਰ ਹੀਰ ਖਰਖਤ ਨੇਰੇ ਹੋਏ ਮੇਲ ਤੇ ਇੱਕ ਦੂਜੇ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਤੇ ਖੁਸ਼ ਹੋ ਕੇ ਇੱਕ ਦੂਜੇ ਦੇ ਉੱਪਰ ਨੇੜੇ ਹੋ ਕੇ ਰੰਗ ਪਾਉਂਦੇ ਹਨ। ਉਠੈ ਮਹਿਕਾਰ ਗੰਧ ਪਾਈ ਪੌਣ ਮੰਦ ਮੰਦ। ਕਹਿਣ ਲੱਗੇ ਵੀ ਹੁਣ ਗੁਰਮੁਖੋ ਕੇਸਰ ਦਾ ਪਾਣੀ ਗਲੀਆਂ ਦੇ ਵਿੱਚ ਕੱਪੜਿਆਂ ਦੇ ਉੱਪਰ ਪੈਂਦਾ ਹੈ ਤੇ ਉਹਦੀ ਜਿਹੜੀ ਖੁਸ਼ਬੂ ਮਹਿਕ ਹੈ ਨਾ, ਮਿੱਠੀ ਮਿੱਠੀ ਸੁਗੰਧੀ ਕੇਸਰ ਦੀ ਸਾਰਿਆਂ ਥਾਵਾਂ ਤੋਂ ਆਉਂਦੀ ਹੈ। ਸੀਤਲ ਬਹਿਤ ਸਿੱਖ ਅੰਗਨ ਮੈਂ ਝੇਲ ਤੇ ਕਹਿਣ ਲੱਗੇ ਸਿੱਖਾਂ ਦੇ ਅੰਗਾਂ ਵਿੱਚ ਝੁੱਲ ਰਹੀ ਹੈ, ਠੰਡੀ ਠੰਡੀ ਹਵਾ ਚੱਲਦੀ ਪਈ ਹੈ, ਕਿਉਂਕਿ ਨਾ ਗਰਮੀ ਹੈ ਤੇ ਨਾ ਠੰਡ ਹੈ। ਥੋੜੀ ਥੋੜੀ ਠੰਡੀ ਹਵਾ ਚੱਲਦੀ ਹੈ। ਅੱਜ ਵੀ ਆਪਾਂ ਹੋਲੇ ਮਹੱਲੇ ਤੇ ਜਾਂਦੇ ਹੈ, ਠੰਡੀ ਹਵਾ ਦੇ ਵਿੱਚ ਪਿਚਕਾਰੀਆਂ ਜਿਹੜੀਆਂ ਨੇ ਉਹ ਭਰ ਕੇ ਚਲਾਈਆਂ ਜਾਂਦੀਆਂ। ਉਹਦੇ ਨਾਲ ਸਿੱਖ ਜਿਹੜੇ ਨੇ ਠੰਡ ਨੂੰ ਆਪਣੇ ਸਰੀਰ ਦੇ ਉੱਪਰ ਝੱਲਦੇ ਹਨ। ਨਿਕਸੇ ਆਨੰਦ ਪੁਨ ਮਾਨ ਤੇ ਆਨੰਦ ਬ੍ਰਿੰਦ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚੋਂ ਨਿਕਲੇ ਤੇ ਸੰਗਤਾਂ ਆਨੰਦ ਮਾਣ ਰਹੀਆਂ ਹਨ। ਤੀਰ ਸਤੁ ਦਰਵ ਕੇ ਗਏ ਹੈ ਰੇਲ ਪੇਲ ਤੇ। ਇਸ ਤਰ੍ਹਾਂ ਹੋਲੀ ਖੇਡਦਿਆਂ ਖੇਡਦਿਆਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਜਿੱਥੇ ਸਤਲੁਜ ਦਰਿਆ ਵਗਦਾ ਉੱਥੇ ਮਹਾਰਾਜ ਉਧਰ ਨੂੰ ਚਲੇ ਗਏ। ਅੱਜ ਭਾਵੇਂ ਉਹ ਦਰਿਆ ਆਨੰਦਪੁਰ ਸਾਹਿਬ ਤੋਂ ਕਾਫੀ ਦੂਰ ਚਲੇ ਗਿਆ, ਪਰ ਉਦੋਂ ਇੰਨਾ ਦੂਰ ਨਹੀਂ, ਨੇੜੇ ਹੀ ਹੈ। ਸੋ ਕਹਿਣ ਲੱਗੇ ਹੋਲੀ ਖੇਡਦੇ ਆ ਉੱਥੇ ਪਹੁੰਚੇ ਹਨ। ਕੀਨੇ ਸਿੱਖ ਸੰਗਤ ਦੁਪਾਸ ਖਰੇ ਆਪਸ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਕਹਿਣ ਲੱਗੇ ਵੀ ਹੋਲੀ ਜਿਹੜੀ ਹੈ ਦੋਹਾਂ ਪਾਸਿਆਂ ਤੋਂ ਸਿੱਖ ਖੜੇ ਕਰ ਦਿੱਤੇ, ਦੋ ਦਲ ਬਣਾ ਦਿੱਤੇ। ਇੱਕ ਦਲ ਸੱਜੇ ਪਾਸੇ, ਇੱਕ ਦਲ ਖੱਬੇ ਪਾਸੇ ਖੜਾ ਕਰ ਦਿੱਤਾ, ਦੋ ਦਲ ਬਣਾ ਦਿੱਤੇ ਬਰਾਬਰ। ਤੇ ਦੋਨਾਂ ਦਲਾਂ ਨੂੰ ਆਖਿਆ ਵੀ ਆਪਸ ਵਿੱਚ ਇੱਕ ਦੂਜੇ ਨਾਲ ਹੋਲੀ ਖੇਡੋ। ਮਹਾਰਾਜ ਜੀਆਂ ਨੇ ਸਤਲੁਜ ਦੇ ਕੰਢੇ ਤੇ ਲਿਜਾ ਕੇ ਦੋ ਦਲ ਬਣਾਏ ਹਨ। ਡਾਰ ਡਾਰ ਮੂਠ ਪਿਚਕਾਰੀ ਸੋ ਭਿਰਤ ਹੈ। ਕਹਿਣ ਲੱਗੇ ਵੀ ਇੱਕ ਦੂਜੇ ਦੇ ਉੱਪਰ ਫਿਰ ਮੁੱਠ ਭਰ ਭਰ ਕੇ ਗੁਲਾਲ ਪਾਇਆ ਜਾਂਦਾ ਹੈ, ਇੱਕ ਦੂਜੇ ਦੇ ਉੱਪਰ ਪਿਚਕਾਰੀਆਂ ਭਰ ਭਰ ਕੇ ਪਾਣੀ ਦੀਆਂ ਸੁੱਟੀਆਂ ਜਾਂਦੀਆਂ। ਇਸ ਤਰ੍ਹਾਂ ਦੋ ਦਲ ਜਿਹੜੇ ਆਪਸ ਵਿੱਚ ਰੰਗ ਇੱਕ ਦੂਜੇ ਤੇ ਪਾਉਂਦੇ ਹਨ। ਬਦਨ ਸਮਸ ਅਰ ਕੇਸਨ ਪੈ ਗਇਓ ਜਮ। ਕਹਿਣ ਲੱਗੇ ਇਹ ਜਿਹੜਾ ਰੰਗ ਹੈ ਕਿਸੇ ਦੇ ਮੂੰਹ ਦੇ ਉੱਪਰ ਜੰਮ ਗਿਆ, ਕਿਸੇ ਦੇ ਕੇਸਾਂ ਦੇ ਉੱਪਰ ਜੰਮ ਗਿਆ, ਕਿਸੇ ਦੇ ਸਿਰ ਵਿੱਚ ਪੈ ਗਿਆ। ਵੱਖ-ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਪੈਣ ਦੇ ਕਰਕੇ ਮੂੰਹ ਦੇ ਉੱਪਰ ਰੰਗ ਲੱਗ ਗਏ ਹਨ। ਰੰਗ ਕੀ ਫੁਹਾਰ ਫਿਰ ਉੱਪਰ ਢਰਤ ਹੈ। ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਫਿਰ ਉਹ ਜਿਹੜਾ ਰੰਗ ਹੈ ਉਹਦੀਆਂ ਫੁਹਾਰਾਂ ਇੱਕ ਦੂਜੇ ਦੇ ਉੱਪਰ ਫੁਹਾਰੇ ਪਿਚਕਾਰੀਆਂ ਜਿਹੜੀਆਂ ਨੇ ਭਰ ਭਰ ਕੇ ਇੱਕ ਦੂਜੇ ਤੇ ਪਾਉਂਦੇ ਹਨ। ਤੇ ਉਹ ਜਿਹੜਾ ਪਾਣੀ ਹੈ ਉਹ ਸਿਰ ਦੇ ਵਿੱਚੋਂ ਜਾਂ ਕੱਪੜਿਆਂ ਦੇ ਉੱਪਰ ਦੀ ਵਗਦਾ ਹੋਇਆ ਥੱਲੇ ਧਰਤੀ ਨੂੰ ਚੋਂਦਾ ਹੈ, ਡਿੱਗਦਾ ਹੈ। ਹੋਤ ਨਾ ਚਿਨਾਰੀ ਇੱਕ ਸਾਰੀ ਸਭ ਹੋਏ ਗਏ। ਸੋ ਗੁਰਮੁਖੋ ਵੀ ਹੁਣ ਪਛਾਣ ਨਹੀਂ ਆਉਂਦੀ ਵੀ ਕੋਈ ਕੌਣ ਹੈ, ਕਿਉਂਕਿ ਚਿਹਰੇ ਸਾਰਿਆਂ ਦੇ ਰੰਗ ਨਾਲ ਭਰ ਗਏ, ਕੱਪੜੇ ਵੀ ਰੰਗ ਨਾਲ ਭਰ ਗਏ। ਹੁਣ ਪਛਾਣਿਆ ਵੀ ਪਤਾ ਨਹੀਂ ਲੱਗਦਾ ਵੀ ਕੌਣ ਹੈ ਤੇ ਕਿਹੜਾ ਕਿੱਥੋਂ ਆਇਆ। ਸਾਰੇ ਵੇਖਣ ਨੂੰ ਇੱਕੋ ਜਿਹਾ ਲੱਗਦੇ ਹਨ। ਰੌਰ ਕੋ ਮਚਾਵੇਂ ਦੌਰ ਠੌਰ ਨਾ ਟਰਤ ਹੈ। ਸੋ ਕਹਿਣ ਲੱਗੇ ਰੌਲਾ ਬੜਾ ਪਿਆ ਹੋਇਆ ਤੇ ਦੌੜ ਦੌੜ ਕੇ ਇੱਧਰ ਉੱਧਰ ਨੂੰ ਭੱਜੇ ਫਿਰਦੇ, ਕੋਈ ਵੀ ਇੱਕ ਜਗ੍ਹਾ ਤੇ ਖੜਦਾ ਨਹੀਂ ਹੈ। ਬਿਸਦ ਬਰਨ ਕੇ ਬਸਨ ਸੋ ਅਰਨ ਭਏ। ਕਹਿਣ ਲੱਗੇ ਵੀ ਕੱਪੜੇ ਜਿਹੜੇ ਨੇ ਉਹ ਕਈ ਰੰਗਾਂ ਦੇ ਹੋ ਗਏ ਨੇ। ਬਿਸਦ ਬਰਨ ਕੇ ਬਸਨ, ਜਿਹੜੇ ਬਰਤਨ ਨੇ ਉਹ ਭਰ ਭਰ ਕੇ ਪਾਣੀ ਦੇ ਤੇ ਕਹਿਣ ਲੱਗੇ ਉਹਦੇ ਵਿੱਚੋਂ ਫਿਰ ਰੰਗ ਭਰ ਕੇ ਪਾਉਂਦੇ ਹਨ। ਮਾਨੋ ਜੰਗ ਜੀਤ ਕੇ ਬਿਲਾਸਨ ਕਰਤ ਹੈ। ਜਿਵੇਂ ਕੋਈ ਬੰਦਾ ਮੰਨ ਲਓ ਵੀ ਜੰਗ ਜਿੱਤ ਕੇ ਆਇਆ ਹੋਵੇ ਤੇ ਜੰਗ ਜਿੱਤ ਕੇ ਜਿਵੇਂ ਕੋਈ ਖੁਸ਼ੀ ਮਨਾਉਂਦਾ ਹੈ। ਮਹਾਰਾਜ ਦੀਆਂ ਸੰਗਤਾਂ ਸਿੱਖ ਬਿਲਕੁਲ ਇਸੇ ਤਰ੍ਹਾਂ ਹੋਲੀ ਖੇਡ ਕੇ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ ਹਨ। ਸੋਇਆ ਸ਼੍ਰੀ ਕਲਗੀਧਰ ਸੰਗਤ ਮੈਂ ਸੁਰ ਬ੍ਰਿੰਦ ਜਿਉ ਇੰਦਰ ਬਿਰਾਜਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਸੰਗਤ ਵਿੱਚ ਇਸ ਤਰ੍ਹਾਂ ਬਿਰਾਜੇ ਹੋਏ ਨੇ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਇੰਦਰ ਸੁਭਾਏਮਾਨ ਹੁੰਦਾ, ਜਿਵੇਂ ਦੇਵਤਿਆਂ ਦੇ ਵਿੱਚ ਇੰਦਰ ਸੋਭਾ ਪਾਉਂਦਾ। ਗੁਰੂ ਕੀ ਸੰਗਤ ਜਿਹੜੀ ਹੈ ਉਹ ਦੇਵਤਿਆਂ ਵਰਗੀ ਹੈ ਤੇ ਧੰਨ ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਲਕ ਹਨ। ਜਦ ਮੈਂ ਜਮਸ਼ਰੀ ਘਨ ਸਿਆਮ। ਸੋ ਇਹ ਗੁਰਮੁਖੋ ਉਦਾਹਰਨਾਂ ਨੇ ਸਤਿਗੁਰਾਂ ਦੀ ਵਡਿਆਈ ਦੇ ਵਿੱਚ।
ਪਰ ਇਹ ਜਿਹੜੀ ਉਦਾਹਰਨ ਹੁੰਦੀ ਹੈ ਨਾ, ਜਿਹੜਾ ਦ੍ਰਿਸ਼ਟਾਂਤ ਹੁੰਦਾ, ਜਿਹੜੇ ਲੋਕ ਕਵਿਤਾ ਲਿਖਦੇ ਨੇ, ਜਿਹੜੇ ਲੋਕ ਕਵਿਤਾ ਪੜ੍ਹਦੇ ਨੇ, ਜਾਂ ਜਿਨ੍ਹਾਂ ਲੋਕਾਂ ਨੂੰ ਕਵਿਤਾ ਦੀ ਜਾਣਕਾਰੀ ਹੈ, ਉਹਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਵੀ ਜਿਹੜਾ ਦ੍ਰਿਸ਼ਟਾਂਤ ਹੁੰਦਾ ਹੈ ਉਹ ਕੇਵਲ ਇੱਕ ਅੰਗ ਤੋਂ ਲਿਆ ਜਾਂਦਾ, ਇੱਕ ਪੱਖ ਤੋਂ, ਉਹਦੇ ਸਾਰੇ ਪੱਖ ਨਹੀਂ ਨਾਲ ਮਿਲੇ ਜਾਂਦੇ, ਕੇਵਲ ਇੱਕ ਪੱਖ ਹੀ ਲਿਆ ਜਾਂਦਾ। ਜਿਵੇਂ ਮੰਨ ਲਓ ਵੀ ਕਮਲ ਦੇ ਫੁੱਲ ਨੂੰ ਕਹਿ ਦਿੱਤਾ ਵੀ ਮਹਾਰਾਜ ਦੇ ਚਰਨ ਕਮਲ ਦੇ ਫੁੱਲ ਵਰਗੇ। ਹੁਣ ਗੁਰਮੁਖੋ ਕਮਲ ਦਾ ਫੁੱਲ ਤੇ ਚਰਨਾਂ ਦਾ ਮੁਕਾਬਲਾ ਨਹੀਂ ਨਾ ਕਰ ਸਕਦਾ। ਕਮਲ ਦੇ ਫੁੱਲ ਤੋਂ ਭਾਵ ਸਿਰਫ ਇੱਕੋ ਇਹ ਲੈਣਾ ਵੀ ਕਮਲ ਦਾ ਫੁੱਲ ਬੜਾ ਕੋਮਲ ਹੈ, ਤੇ ਸਤਿਗੁਰਾਂ ਦੇ ਚਰਨ ਵੀ ਕੋਮਲ ਨੇ, ਪਰ ਜੇ ਉਹਨਾਂ ਆਪਾਂ ਸਾਰਾ ਹੀ ਉਹਨੂੰ ਇੱਕ ਦੂਜੇ ਨਾਲ ਮਿਲਾਉਣ ਲੱਗ ਪਈਏ ਤੇ ਕਦੇ ਵੀ ਨਹੀਂ ਉਹ ਬਰਾਬਰ ਜਾਏਗਾ। ਇਹ ਉਦਾਹਰਨ ਹੁੰਦੀ ਹੈ ਇੱਕ ਪੱਖ ਤੋਂ ਹੀ ਲੈਣੀ। ਜੇ ਮੰਨ ਲਓ ਵੀ ਇੱਥੇ ਆ ਗਿਆ ਨਾ ਵੀ ਮਹਾਰਾਜ ਇੰਦਰ ਵਰਗੇ ਨੇ, ਇਹਦਾ ਮਤਲਬ ਇਹ ਨਹੀਂ ਹੈ ਵੀ ਇੰਦਰ ਮਹਾਰਾਜ ਦੇ ਬਰਾਬਰ ਹੈ। ਇਹਦਾ ਭਾਵ ਇਹ ਹੈ ਵੀ ਮਹਾਰਾਜ ਦੀ ਸ਼ੋਭਾ, ਜਿਵੇਂ ਦੇਵਤਿਆਂ ਦੇ ਵਿੱਚ ਇੰਦਰ ਦੀ ਵੱਖਰੀ ਸ਼ੋਭਾ ਹੈ, ਇਸ ਤਰ੍ਹਾਂ ਮਹਾਰਾਜ ਦੀ ਵੱਖਰੀ ਸ਼ੋਭਾ ਹੈ। ਕੇਵਲ ਇੱਕੋ ਅੰਗ ਹੀ ਲੈਣਾ ਸ਼ੋਭਾ ਦਾ। ਜੇ ਦੂਜਾ ਬਚਨ ਆ ਗਿਆ ਵੀ ਮਹਾਰਾਜ ਕ੍ਰਿਸ਼ਨ ਵਰਗੇ ਨੇ, ਜਿਵੇਂ ਜਾਦਵਾਂ ਦੇ ਵਿੱਚ ਜਾਦਵ ਕੁੱਲ ਹੈ ਨਾ ਭਗਵਾਨ ਕ੍ਰਿਸ਼ਨ ਜੀਆਂ ਦੀ, ਉਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਪੈਦਾ ਹੋਏ। ਜੇ ਇਹ ਬਚਨ ਆ ਗਿਆ ਵੀ ਜਿਵੇਂ ਜਾਦਵਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਸ਼ੋਭਾ ਪਾਉਂਦੇ, ਇਹਦਾ ਮਤਲਬ ਇਹ ਨਹੀਂ ਲੈ ਲੈਣਾ ਵੀ ਉਹ ਸਾਰਿਆਂ ਤਰੀਕਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਰਾਬਰ ਨੇ। ਨਹੀਂ, ਕੇਵਲ ਇੱਕ ਵਡਿਆਈ ਵਾਲਾ ਬਚਨ ਲਿਆ ਵੀ ਜਿਵੇਂ ਜਾਦਵਾਂ ਦੇ ਵਿੱਚ ਉੱਚੇ ਨੇ ਭਗਵਾਨ ਕ੍ਰਿਸ਼ਨ ਜੀ, ਵਡਿਆਈ ਪਾਉਂਦੇ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖਾਂ ਵਿੱਚ ਵਡਿਆਈ ਪਾਉਂਦੇ। ਕੇਵਲ ਇੱਕੋ ਅੰਗ ਲੈਣਾ ਵਡਿਆਈ ਦਾ। ਸਾਰੀਆਂ ਗੱਲਾਂ ਨਹੀਂ ਮੇਲ ਖਾਂਦੀਆਂ ਹੁੰਦੀਆਂ ਤੇ ਨਾ ਸਾਰੀਆਂ ਗੱਲਾਂ ਮਿਲਦੀਆਂ। ਜਿਹੜੇ ਕਵਿਤਾ ਲਿਖਣ ਵਾਲੇ, ਕਵਿਤਾ ਪੜ੍ਹਨ ਵਾਲੇ, ਉਹਨਾਂ ਨੂੰ ਇਸ ਗੱਲ ਦਾ ਬਾਖੂਬੀ ਗਿਆਨ ਹੁੰਦਾ। ਬਖਸ਼ਿਸ਼ ਕਰਦੇ ਹਨ। ਕਹਿ ਰਘੁਬੀਰ ਨਰੇਸ਼ਨ ਮੈਂ ਮਿਲ। ਸੋ ਕਹਿਣ ਲੱਗੇ, ਦੂਜੀ ਉਦਾਹਰਨ ਦਿੱਤੀ ਹੈ, ਰਘੁਬੀਰ ਤੋਂ ਭਾਵ ਹੁੰਦਾ ਹੈ ਭਗਵਾਨ ਰਾਮਚੰਦਰ ਜੀ, ਤੇ ਨਰੇਸ਼ਨ ਤੋਂ ਭਾਵ ਹੁੰਦਾ ਜਿਹੜੇ ਰਾਜੇ ਨੇ ਜਾਂ ਜਿਹੜੇ ਰਿਖੀ ਨੇ। ਰਿਖੀਆਂ ਦੇ ਵਿੱਚ ਬੈਠ ਕੇ ਜਿਵੇਂ ਭਗਵਾਨ ਰਾਮ ਜੀ ਸ਼ੋਭਾ ਪਾਉਂਦੇ, ਜਾਂ ਜਿਵੇਂ ਰਾਜਿਆਂ ਦੇ ਵਿੱਚ ਬੈਠ ਕੇ ਭਗਵਾਨ ਰਾਮ ਜੀ ਸ਼ੋਭਾ ਪਾਉਂਦੇ, ਇਸ ਤਰ੍ਹਾਂ ਸਤਿਗੁਰੂ ਸੰਗਤ ਵਿੱਚ ਬੈਠੇ ਸ਼ੋਭਾ ਪਾ ਰਹੇ। ਇੱਥੇ ਗੁਰਮੁਖੋ ਇੱਕੋ ਅੰਗ ਲੈਣਾ ਸ਼ੋਭਾ ਦਾ ਹੀ, ਵੀ ਸ਼ੋਭਾ ਕਿਵੇਂ ਮਹਾਰਾਜ ਪਾਉਂਦੇ, ਪਰ ਪੂਰੀ ਇੱਕ ਦੂਜੇ ਨਾਲ ਗੱਲ ਨੂੰ ਮੇਲਿਆ ਨਹੀਂ ਜਾ ਸਕਦਾ, ਕਿਉਂਕਿ ਮਹਾਰਾਜ ਦੇ ਬਰਾਬਰ ਕੋਈ ਨਹੀਂ ਹੈ। ਮੇਰੇ ਪ੍ਰਭ ਇੱਕ ਖੇਲ ਉਪਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਸਤਿਗੁਰਾਂ ਦੇ ਵਰਗਾ ਤੇ ਕੋਈ ਦੂਜਾ ਹੈ ਹੀ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਇਹ ਬਚਨ ਨੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ। ਮਿਲ ਮੋਦ ਮਹਾ ਉਪਰਾਜਤ ਹੈ। ਜਿਵੇਂ ਬਹੁਤ ਜ਼ਿਆਦਾ ਮੋਦ ਕਹੀਏ, ਆਨੰਦ ਪੈਦਾ ਕਰਦੇ ਰਿਖੀਆਂ ਦੇ ਵਿੱਚ ਬੈਠੇ ਰਾਮ ਜੀ, ਇਸ ਤਰ੍ਹਾਂ ਸੰਗਤ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਨੰਦ ਬਖਸ਼ਦੇ ਹਨ। ਕਹਿ ਭਗਤੀ ਸੁਰ ਸੰਪਦਾ ਕੇ ਜੋਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਭਗਤੀ ਸ਼ੁਭ ਗੁਣਾਂ ਦੇ ਸਮੇਤ ਸ਼ੋਭਾ ਪਾਉਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਭਗਤੀ ਦਾ ਰੂਪ ਨੇ ਤੇ ਸੰਗਤਾਂ ਸ਼ੁਭ ਗੁਣਾਂ ਦੇ ਸਮੇਤ ਨੇ। ਸਤਿਗੁਰੂ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਸ਼ੋਭਾ ਪਾ ਰਹੇ ਨੇ ਜਿਵੇਂ ਭਗਤੀ ਵਾਲੇ ਬੰਦੇ ਵਿੱਚ ਗੁਣ ਸ਼ੋਭਾ ਪਾਉਂਦੇ ਹਨ। ਸ਼੍ਰੀ ਬ੍ਰਹਮ ਗਿਆਨ ਕੋ ਸਾਜਤ ਹੈ। ਅਤੇ ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਕੋਈ ਰੱਬ ਦਾ ਭਗਤ ਬ੍ਰਹਮ ਗਿਆਨ ਦੇ ਵਿੱਚ ਸ਼ੋਭਾ ਪਾਉਂਦਾ ਹੈ, ਜਿਵੇਂ ਕੋਈ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ, ਕੋਈ ਸਾਧੂ, ਕੋਈ ਗੁਰਮੁਖ, ਕੋਈ ਧਰਮਾਤਮਾ ਜਿਹਨੇ ਜੀਵਨ ਕਮਾਇਆ ਹੈ, ਜਿਵੇਂ ਉਹ ਸਾਧੂ ਬ੍ਰਹਮ ਗਿਆਨ ਦੇ ਵਿੱਚ ਸ਼ੋਭਾ ਪਾਉਂਦਾ, ਇਸ ਤਰ੍ਹਾਂ ਮਹਾਰਾਜ ਸੰਗਤ ਵਿੱਚ ਸ਼ੋਭਾ ਪਾਉਂਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਲਾਸਤ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਐਸੇ ਕੌਤਕ ਕਰਦੇ ਹਨ। ਜੇ ਸਿੱਖ ਹੈ ਮਨ ਜੀਤ ਬਿਕਾਰੇ। ਜਿਹੜੇ ਸਿੱਖ ਨੇ ਮਹਾਰਾਜ ਸਾਹਿਬ ਜੀਆਂ ਦੇ, ਸਤਿਗੁਰੂ ਉਹਨਾਂ ਸਿੱਖਾਂ ਦੇ ਮਨਾਂ ਦੇ ਵਿਕਾਰਾਂ ਨੂੰ ਜਿੱਤਣ ਵਾਲੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਸਿੱਖ ਦਰਸ਼ਨ ਕਰ ਲੈਂਦਾ, ਉਹਦੇ ਵਿਕਾਰ ਹਾਰ ਜਾਂਦੇ ਹਨ। ਤਾਂ ਮੁਖ ਪੈ ਨਿਜ ਹਾਥ ਗੁਲਾਲ ਲੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਆਪਣੇ ਹੱਥਾਂ ਵਿੱਚ ਗੁਲਾਲ ਲੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੋਲੀ ਖੇਡਦੇ ਪਏ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਆਤ ਲਾਲ ਦੇਵ। ਸਤਿਗੁਰੂ ਪਾਤਸ਼ਾਹ ਜਦੋਂ ਰੰਗ ਲੈ ਕੇ ਮੁੱਠ ਭਰ ਕੇ ਰੰਗ ਦੀ ਕਿਸੇ ਦੇ ਪਾਉਂਦੇ ਨਾ ਮੁਖ ਦੇ ਉੱਪਰ, ਤੇ ਸਤਿਗੁਰਾਂ ਦੇ ਰੰਗ ਪਾਉਣ ਦੇ ਨਾਲ ਕਹਿਣ ਲੱਗੇ ਨਾਲ ਹੀ ਸਿੱਖ ਦੇ ਮਨ ਦੇ ਵਿਕਾਰ ਮਰ ਜਾਂਦੇ। ਸਤਿਗੁਰੂ ਹੋਲੀ ਨਹੀਂ ਖੇਡਦੇ ਪਏ, ਸਿੱਖਾਂ ਦੇ ਮਨ ਦੇ ਵਿਕਾਰ ਮਾਰਦੇ ਪਏ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਇਹਨਾਂ ਵਕਾਰਾਂ ਨੂੰ ਮਹਾਰਾਜ ਮਾਰਦੇ ਪੈ। ਜਿਹਦੇ ਉੱਪਰ ਰੰਗ ਦੀ ਮੁੱਠ ਭਰ ਕੇ ਸੁੱਟਦੇ, ਉਹਦੇ ਮਨ ਦੇ ਵਕਾਰ ਜਿਹੜੇ ਉਹ ਸਤਿਗੁਰੂ ਖਤਮ ਕਰ ਦਿੰਦੇ ਹਨ। ਲਾਲ ਵਿਸਾਲ ਕਿਰਪਾ ਕਰ ਡਾਰੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਜਿਹੜੇ ਆਪਣੇ ਹੱਥਾਂ ਵਿੱਚ ਲਾਲ ਰੰਗ ਲੈ ਕੇ ਗੁਲਾਲ ਦਾ ਤੇ ਆਪ ਸਿੱਖਾਂ ਦੇ ਉੱਪਰ, ਸੂਰਮਿਆਂ ਦੇ ਉੱਪਰ ਪਾ ਕੇ ਉਹਨਾਂ ਦੇ ਵਕਾਰ ਦੂਰ ਕਰਦੇ ਹਨ। ਦੀਸਤ ਦੰਤ ਜੋ ਹੀਰਨ ਪੰਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ ਦੰਦ ਨੇ, ਜਦੋਂ ਮਹਾਰਾਜ ਹੱਸਦੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੇ ਸਤਿਗੁਰਾਂ ਦੇ ਦੰਦ ਇਸ ਤਰ੍ਹਾਂ ਚਮਕਦੇ ਨੇ ਜਿਵੇਂ ਹੀਰੇ ਚਮਕਦੇ ਹੋਣ। ਹੀਰਿਆਂ ਦੇ ਵਾਂਗ ਮਹਾਰਾਜ ਦੇ ਦੰਦਾਂ ਦੀ ਸੋਹਣੀ ਸ਼ੋਭਾ ਹੈ। ਸ਼ੁਭੈ ਮੁਸ਼ਕੰਤ ਸੁਸੰਤਨ ਪਿਆਰੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਮੁਸਕਰਾਉਂਦੇ ਨੇ ਤੇ ਉਦੋਂ ਮਹਾਰਾਜ ਸੰਤਾਂ ਦੇ ਮਨ ਨੂੰ ਬੜਾ ਪਿਆਰਾ ਲੱਗਦੇ ਨੇ। ਸੰਤ ਬਹੁਤਾ ਪਿਆਰ ਕਰਦੇ, ਮਨ ਹੀ ਹਾਰ ਜਾਂਦੇ ਮਹਾਰਾਜ ਦੇ ਸਾਹਮਣੇ, ਐਸੀ ਸ਼ੋਭਾ ਹੈ। ਪੰਕਜ ਪਾਂਖਰੀ ਆਂਖ ਬਿਖੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀਆਂ ਜਿਹੜੀਆਂ ਸੋਹਣੀਆਂ ਅੱਖਾਂ ਨੇ, ਮਹਾਰਾਜ ਦੇ ਨੇਤਰ ਇੰਨੇ ਸੋਹਣੇ ਨੇ ਜਿਵੇਂ ਕਮਲ ਫੁੱਲ ਦੀਆਂ ਪੰਖੜੀਆਂ ਹੋਣ। ਗੁਰਮੁਖੋ ਕਵੀ ਨੇ ਆਪਣੀ ਮੱਤ ਨੂੰ ਵਰਤਦਿਆਂ ਹੋਇਆਂ ਵੱਡੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਦੀ ਸ਼ੋਭਾ ਵਾਸਤੇ, ਪਰ ਦੁਨੀਆ ਦੀ ਕੋਈ ਵੀ ਉਦਾਹਰਨ ਗੁਰੂ ਦੇ ਬਰਾਬਰ ਨਹੀਂ ਪਹੁੰਚ ਸਕਦੀ। ਇਹ ਤੇ ਕੇਵਲ ਉਹਦੀ ਭਾਵਨਾ ਹੈ। ਜਿਵੇਂ ਕਮਲ ਫੁੱਲ ਦੀਆਂ ਪੰਖੜੀਆਂ ਸੋਹਣੀਆਂ ਲੱਗਦੀਆਂ, ਇਸ ਤਰ੍ਹਾਂ ਮਹਾਰਾਜ ਦੇ ਨੇਤਰ ਸੋਹਣੇ ਲੱਗਦੇ ਹਨ। ਕੋਤ ਨਿਹਾਲ ਕਲੂਖਨ ਟਾਰੇ। ਕਹਿਣ ਲੱਗੇ ਜਿਹੜਾ ਜਿਹੜਾ ਮਹਾਰਾਜ ਦੇ ਨੇਤਰ ਦੇਖਦਾ ਹੈ ਉਹਦੇ ਸਾਰੇ ਪਾਪ ਹੀ ਨਾਸ ਹੋ ਜਾਂਦੇ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨੇਤਰ ਇੰਨੇ ਸੋਹਣੇ ਨੇ, ਜਿਹੜਾ ਵੇਖ ਲੈਂਦਾ ਮਹਾਰਾਜ ਦੇ ਨੇਤਰਾਂ ਦੇ ਵੱਲ, ਉਹਦੇ ਪਾਪ ਸੜ ਜਾਂਦੇ, ਨਾਸ ਹੋ ਜਾਂਦੇ। ਤੇ ਜਿਨ੍ਹਾਂ ਨੂੰ ਮਹਾਰਾਜ ਵੇਖ ਲੈਂਦੇ ਉਹਨਾਂ ਦੇ ਵੀ ਸੜ ਜਾਂਦੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਧਾਰਿਓ। ਜਿਹਨੂੰ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਉਹਨਾਂ ਦਾਸਾਂ ਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਹਨ। ਕਬਿਤ ਨੇਰੇ ਭਏ ਨੰਦ ਲਾਲ ਲਾਲੇ ਗੁਲਾਲ ਤਬ। ਕਹਿਣ ਲੱਗੇ ਉਸ ਵੇਲੇ ਭਾਈ ਨੰਦ ਲਾਲ ਜੀ ਜਿਹੜੇ ਨੇ ਨਾ, ਜਿਨ੍ਹਾਂ ਦਾ ਹੁਣੇ ਆਪਾਂ ਇਤਿਹਾਸ ਸਰਵਣ ਕਰਦੇ ਪਏ ਸੀ ਵੀ ਔਰੰਗਜ਼ੇਬ ਨੇ ਮੁਸਲਮਾਨ ਬਣਾਉਣ ਦਾ ਯਤਨ ਕੀਤਾ ਤੇ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਆਏ, ਲੰਗਰਾਂ ਦੀ ਸੇਵਾ ਕਰਦੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਹੱਥ ਵਿੱਚ ਗੁਲਾਲ ਲੈ ਕੇ ਤੇ ਭਾਈ ਨੰਦ ਲਾਲ ਦੇ ਨੇੜੇ ਹੋਏ, ਉਹਦੇ ਉੱਪਰ ਪਾਉਣ ਵਾਸਤੇ ਸਤਿਗੁਰੂ ਅੱਗੇ ਹੋਏ ਹਨ। ਪਾਲ ਪੈ ਕਿਰਪਾਲ ਨੇ ਵਿਸਾਲ ਮੇਲ ਦੀਨੇ। ਗੁਰਮੁਖੋ ਇਹ ਮੱਥੇ ਦੇ ਵੱਡੇ ਭਾਗ ਨੇ ਭਾਈ ਨੰਦ ਲਾਲ ਦੇ ਵੀ, ਜੋ ਸਤਿਗੁਰਾਂ ਦੇ ਹੱਥਾਂ ਦੇ ਵਿੱਚੋਂ ਉਹਦੇ ਉੱਪਰ ਰੰਗ ਪੈ ਰਿਹਾ ਹੈ। ਵੱਡੇ ਭਾਗ ਇਹ ਪ੍ਰਾਪਤ ਹੋਏ, ਜਿਹਦੇ ਕਰਕੇ ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਨਾਲ ਹੋਲੀ ਖੇਡਦੇ ਹਨ। ਏਕ ਰੰਗ ਸੰਗ ਭਏ ਸਭ ਕੈ ਸੁਰੰਗ ਅੰਗ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜਦੋਂ ਖੇਡਦੇ ਨੇ ਹੋਲੀ, ਸਾਰਿਆਂ ਦੇ ਇੱਕੋ ਵਰਗੇ ਰੰਗ ਹੋ ਗਏ ਨੇ, ਇੱਕੋ ਵਰਗੇ ਅੰਗ ਹੋ ਗਏ ਨੇ, ਇੱਕੋ ਵਰਗੇ ਕੱਪੜਿਆਂ ਦੇ ਜਿਹੜੇ ਰੰਗ ਉਸ ਵੇਲੇ ਬਣ ਗਏ ਹਨ। ਅੰਬਰ ਧਰੇ ਸੋ ਨਿਚਰਤ ਅਤ ਚੀਨੇ। ਤੇ ਜਿਹੜੇ ਜਿਹੜੇ ਕੱਪੜੇ ਕਿਸੇ ਨੇ ਪਾਏ ਨੇ, ਉਹਨਾਂ ਕੱਪੜਿਆਂ ਦੇ ਵਿੱਚੋਂ ਰੰਗ ਜਿਹੜਾ ਚੁੰਦਾ ਜਾਂਦਾ ਹੈ। ਕੱਪੜੇ ਪਾਣੀ ਦੇ ਨਾਲ, ਰੰਗ ਦੀਆਂ ਪਿਚਕਾਰੀਆਂ ਦੇ ਨਾਲ ਭਿੱਜੇ ਹੋਏ, ਉਹਨਾਂ ਵਿੱਚ ਪਾਣੀ ਨੁਚੜਦਾ ਹੈ। ਅਵਨੀ ਆਕਾਸ਼ ਲਾਲ ਮਈ ਸਭ ਭਾਸ ਕਹਿਣ ਰਹੀ। ਲੱਗੇ ਗੁਰਮੁਖੋ ਆਕਾਸ਼ ਵੀ ਲਾਲ ਹੋ ਗਿਆ, ਰੰਗ ਦੇ ਨਾਲ ਰੰਗ ਉੱਡਦਾ ਜਾਂਦਾ, ਤਾਂ ਨੂੰ ਚੜਦਾ ਜਾਂਦਾ, ਤੇ ਧਰਤੀ ਵੀ ਲਾਲ ਹੋ ਗਈ। ਪਾਣੀ ਦੀਆਂ ਪਿਚਕਾਰੀਆਂ ਧਰਤੀ ਤੇ ਡੁੱਲ ਡੁੱਲ ਕੇ ਧਰਤੀ ਵੀ ਲਾਲ ਹੈ। ਮਾਨੋ ਅਨੁਰਾਗ ਨਿਜ ਰੂਪ ਧਰ ਲੀਨੇ। ਕਹਿਣ ਲੱਗੇ ਮੰਨ ਲਓ ਵੀ ਇਸ ਅਨੁਰਾਗ ਨੇ, ਪਿਆਰ ਨੇ ਆਪਣਾ ਰੂਪ ਧਾਰਨ ਕੀਤਾ ਹੋਵੇ, ਐਸੀ ਹੋਲੀ ਖੇਡਦੇ ਹਨ। ਸੰਗਤ ਕੇ बीच ਨਿਜ ਕਿਰਪਾ ਜਲ ਸੀਂਚ ਸੀਂਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੰਗਤ ਦੇ ਵਿੱਚ ਇਹ ਕਿਰਪਾ ਦਾ ਜਲ ਮਹਾਰਾਜ ਸਿੰਚਦੇ ਪੈ, ਪਾਉਂਦੇ ਪੈ, ਕਿਰਪਾ ਦਾ ਜਲ ਪਾਉਂਦੇ ਹਨ। ਸਿੱਖੀ ਫੁਲਵਾਰੀ ਮੈਂ ਬਿਲਾਸ ਬੜੋ ਕੀਨੇ। ਕਹਿਣ ਲੱਗੇ ਸਿੱਖੀ ਰੂਪੀ ਫੁਲਵਾੜੀ ਦੇ ਵਿੱਚ ਮਹਾਰਾਜ ਇਹ ਰੰਗ ਨਹੀਂ ਪਾਉਂਦੇ ਪਏ, ਜਿਵੇਂ ਆਪਾਂ ਫੁੱਲ ਦੇ ਬਗੀਚੇ ਦੇ ਵਿੱਚ ਪਾਣੀ ਲਾਈਏ ਤੇ ਗੁਰਮੁਖੋ ਫੁੱਲ ਖਿੜ ਜਾਂਦਾ ਹੈ, ਸਗੋਂ ਹੋਰ ਬੂਟਾ ਪ੍ਰਫੁੱਲਤ ਹੋ ਜਾਂਦਾ ਹੈ। ਇਹ ਜਿਹੜਾ ਸਿੱਖੀ ਰੂਪੀ ਬੂਟਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਰੰਗ ਨਹੀਂ, ਸਿੱਖੀ ਰੂਪੀ ਬੂਟੇ ਦੇ ਵਿੱਚ ਮਹਾਰਾਜ ਜੀ ਇਹ ਰੰਗ ਪਾ ਕੇ ਉਸ ਨੂੰ ਹੋਰ ਫੁਲਵਾੜੀ ਨੂੰ ਪ੍ਰਫੁੱਲਤ ਕਰਦੇ ਹਨ। ਭਾਈ ਨੰਦ ਲਾਲ ਸਭ ਬੁੱਧ ਮੈਂ ਵਿਸਾਲ ਜੋਏ। ਭਾਈ ਨੰਦ ਲਾਲ ਜੀ ਜਿਹੜੇ ਅਕਲ ਦੇ ਵਿੱਚ ਬਹੁਤ ਸਿਆਣੇ ਹਨ। ਸਗਰੇ ਕਿਰਪਾਲ ਕੇ ਵਿਸਾਲ ਹੀਰ ਹੀਰ ਤੇ ਕੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਰੇ ਕੌਤਕ ਜਿਹੜੇ ਨੇ ਭਾਈ ਨੰਦ ਲਾਲ ਜੀ ਉਸ ਵੇਲੇ ਵੇਖਦੇ ਪਏ ਹਨ। ਪਾਰਸੀ ਮਹਿ ਕਵਿਤਾ ਬਨਾਏ ਕੈ ਰੁਚਰ ਸ਼ਬ। ਉਸ ਵੇਲੇ ਭਾਈ ਨੰਦ ਲਾਲ ਜੀਆਂ ਨੇ ਕਵਿਤਾ ਬਣਾਈ। ਭਾਈ ਨੰਦ ਲਾਲ ਜੀ ਜਿਹੜੇ ਨੇ ਉਹ ਫਾਰਸੀ ਪੜ੍ਹੇ ਹੋਏ,
ਤੇ ਭਾਈ ਨੰਦ ਲਾਲ ਜੀਆਂ ਨੇ ਕਵਿਤਾ ਬਣਾਈ ਹੈ ਫਾਰਸੀ ਦੇ ਵਿੱਚ। ਸੋ ਕਹਿਣ ਲੱਗੇ ਇਹ ਜਿਹੜੀ ਕਵਿਤਾ ਹੈ ਮਹਾਰਾਜ ਸਾਹਿਬ ਜੀਆਂ ਦੇ ਹੋਲੀ ਖੇਡਣ ਦੇ ਉੱਪਰ ਬਣਾਈ ਹੈ। ਪਾਰਸੀ ਮੈਂ ਕਵਿਤਾ ਬਣਾਏ ਕਹਿ ਰੁਚਰ ਸ਼ਬ ਗੁਰੂ ਗੁਰ ਸਿੱਖਨ ਸੁਨਾਈ ਫੇਰ ਫੇਰ ਕਹਿ। ਅਤੇ ਗੁਰੂ ਕਿਹਾ ਸਿੱਖਾਂ ਨੂੰ। ਉਹ ਜਿਹੜੀ ਕਵਿਤਾ ਬਣਾਈ ਨਾ ਭਾਈ ਨੰਦ ਲਾਲ ਨੇ ਉਹ ਬਣਾਈ ਫਾਰਸੀ ਭਾਸ਼ਾ ਦੇ ਵਿੱਚ। ਗੁਰਮੁਖੋ ਇਸ ਗੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਹੋਲੀ ਖੇਡੀ ਨਹੀਂ ਗਈ ਜਾਂ ਇਹ ਕਿਉਂ ਖੇਡੀ ਹੈ ਜਾਂ ਇਹ ਹੋ ਨਹੀਂ ਸਕਦਾ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਰਹਿੰਦੇ ਤੇ ਉਹਨਾਂ ਨੇ ਇਹ ਕਵਿਤਾ ਬਣਾਈ ਉਸ ਵੇਲੇ ਜਦੋਂ ਮਹਾਰਾਜ ਹੋਲੀ ਖੇਡਦੇ ਨਾ ਤੇ ਵੇਖ ਕੇ ਮਹਾਰਾਜ ਦੇ ਵੱਲ ਤੇ ਫਿਰ ਉਹ ਕਵਿਤਾ ਬਣਾ ਕੇ ਲਿਖਦੇ ਹਨ। ਰਾਗਨ ਮਹਿੰਗਾਈ ਪ੍ਰੇਮ ਰਸ ਬਰਸਾਏ ਕਰ। ਕਹਿਣ ਲੱਗੇ ਵੀ ਰਾਗ ਦੇ ਵਿੱਚ ਫਿਰ ਉਹ ਜਿਹੜੀ ਬਣਾਈ ਹੋਈ ਕਵਿਤਾ ਨਾ ਗਾ ਗਾ ਕੇ ਸੰਗਤਾਂ ਸਿੱਖਾਂ ਨੂੰ ਸੁਣਾਉਂਦੇ ਹਨ। ਸੁਣੈ ਮਨ ਭਾਈ ਔਰ ਗਾਵੇਂ ਬੇਰ ਬੇਰ ਕਹਿ। ਕਹਿਣ ਲੱਗੇ ਵੀ ਉਹ ਮਨ ਨੂੰ ਭਾਉਂਦੀ ਕਵਿਤਾ ਜਿਹੜੀ ਹੈ ਵਾਰ-ਵਾਰ ਗਾਈ ਜਾਂਦੀ ਹੈ ਸੰਗਤਾਂ ਨੂੰ ਸੁਣਾਈ ਜਾਂਦੀ ਹੈ। ਸਾਹਿਬ ਪ੍ਰਸੰਨ ਭਏ ਮੋਜ਼ ਦੇ ਨਿਹਾਲ ਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਕਵਿਤਾ ਸੁਣ ਕੇ ਭਾਈ ਨੰਦ ਲਾਲ ਦੀ ਬੜੇ ਖੁਸ਼ ਹੋਏ ਮਹਾਰਾਜ ਤੇ ਫਿਰ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ ਹਨ। ਹਲਤਾ ਗੁਲਾਬ ਸ਼ੋਭ ਜੋਏ ਗੇਰ ਗੇਰ ਕਹਿ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਨੰਦ ਲਾਲ ਜੀਆਂ ਨੂੰ ਇਸ ਤਰ੍ਹਾਂ ਸ਼ਾਬਾਸ਼ੇ ਦਿੰਦੇ ਪਏ। ਭਾਈ ਨੰਦ ਲਾਲ ਜੀਆਂ ਨੇ ਫਾਰਸੀ ਵਿੱਚ ਇੱਕ ਕਵਿਤਾ ਲਿਖੀ ਮਹਾਰਾਜ ਜੀਆਂ ਨੂੰ ਹੋਲੀ ਖੇਡਦਿਆਂ ਹੋਇਆ ਵੇਖ ਕੇ ਅਤੇ ਵਾਰ-ਵਾਰ ਉਹ ਜਿਹੜੀ ਕਵਿਤਾ ਹੈ ਉਹ ਸੰਗਤ ਨੂੰ ਪੜ੍ਹ ਕੇ ਸੁਣਾਈ ਜਾਂਦੀ ਹੈ। ਸੋ ਇਹ ਇਤਿਹਾਸ ਬਚਨ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਅਗਲਾ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ ਫਿਰ ਅੱਗੇ ਸਰਵਨ ਕਰਾਂਗੇ। ਮਹਾਰਾਜ ਕੀ ਕੌਤਕ ਕਰਦੇ ਨੇ। ਭੁੱਲਾਂ ਚੁੱਕਾਂ ਦੀ ਮੁਆਫੀ ਗੁਰੂ ਰਹਿਮਤ ਕਰੇ। ਲੇਖਿਆ ਕਤਹਿ ਨ ਛੂਟੀਐ ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਕਿਰਪਾ